ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਅਵਤਾਰ ਸ਼ੇਰਪੁਰੀ। ਜਿਸ ਤਰ੍ਹਾਂ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ ਅਤੇ ਅੱਜ ਕੱਲ੍ਹ ਜਿਹੜੀ ਗੱਲਬਾਤ ਤਕਰੀਬਨ ਸਾਰੇ ਚੈਨਲ ਕਰ ਰਹੇ ਨੇ ਉਹ ਗੱਲਬਾਤ ਹੈਗੀ ਆ ਕਰੋਨਾ ਵਾਇਰਸ ਨੂੰ ਲੈ ਕੇ। ਕਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸਾਰੀ ਦੁਨੀਆ ਪ੍ਰਭਾਵਿਤ ਹੈ ਉੱਥੇ ਬਹੁਤ ਸਾਰੇ ਮੁਲਕ ਐਸੇ ਨੇ ਜਿੱਥੇ ਹਲੇ ਸ਼ੁਰੂਆਤ ਹੋ ਰਹੀ ਹੈ, ਜਾਂ ਮੇਰਾ ਆਪਣਾ ਮੁਲਕ ਹੈ ਅਮਰੀਕਾ, ਜਿੱਥੇ ਜਿਹੜੀ ਬਹੁਤ ਜ਼ਿਆਦਾ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੌਤਾਂ ਦੀ ਗਿਣਤੀ ਹੈ ਜਿਹੜੀ ਸਾਡੇ ਕੋਲ ਤਕਰੀਬਨ 50,000 ਪਹੁੰਚ ਗਈ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਅਲੱਗ-ਅਲੱਗ ਕਿਆਸਰਾਈਆਂ ਲਾ ਰਹੇ ਨੇ। ਅਸਲੀਅਤ ਇਹ ਹੈ ਵੀ ਹਾਲੇ ਸਰਕਾਰ ਨੂੰ ਜਾਂ ਸਾਇੰਟਿਸਟ ਨੇ ਜਿਹੜੇ ਜਿੰਨੇ ਵੀ ਲੋਕ ਇਸ ਦੇ ਉੱਤੇ ਕੰਮ ਕਰ ਰਹੇ ਆ, ਇਸ ਬਿਮਾਰੀ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਕੰਮ ਕਰ ਰਹੇ ਆ, ਹਾਲੇ ਤੱਕ ਅਸੀਂ ਉਹਦੇ ਵਿੱਚ ਵੱਖ-ਵੱਖ ਥਿਊਰੀਜ਼ ਨੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਪਰ ਕਿਉਂਕਿ ਹਾਲੇ ਤੱਕ ਕੋਈ ਵੈਕਸੀਨ ਨਹੀਂ ਬਣ ਸਕੀ, ਸੋ ਇਸ ਕਰਕੇ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਸਿਰਫ ਇਹੀ ਚੱਲ ਰਹੀ ਹੈ ਵੀ ਇਹਦਾ ਬਚਾਅ ਕਿਸ ਤਰ੍ਹਾਂ ਕੀਤਾ ਜਾਵੇ। ਸੋ ਉਹ ਬਚਾਅ ਦੇ ਵਿੱਚ ਵੱਖ-ਵੱਖ ਮੁਲਕ ਲੱਗੇ ਹੋਏ ਆ। ਅਸੀਂ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਗੱਲ ਕਰ ਚੁੱਕੇ ਹਾਂ ਆਲਰੇਡੀ, ਲੇਕਿਨ ਅੱਜ ਅਸੀਂ ਜਿਹੜੀ ਗੱਲ ਕਰਨ ਲੱਗੇ ਹਾਂ ਉਹ ਕੈਨੇਡਾ ਦੇ ਵਿੱਚ ਇਸ ਬਿਮਾਰੀ ਦਾ ਕੀ ਪ੍ਰਭਾਵ ਹੈ, ਕਿਸ ਤਰ੍ਹਾਂ ਇਸ ਨੇ ਉੱਥੋਂ ਦੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਅੱਜ ਦੋਸਤੋ ਬਰੈਂਪਟਨ ਕੈਨੇਡਾ ਤੋਂ ਜੁੜ ਰਹੇ ਨੇ ਮਰਗਿੰਦਰ ਨੱਤ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਨੱਤ ਸਾਹਿਬ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸ਼ੇਰਪੁਰੀ ਜੀ, ਤੁਹਾਨੂੰ ਤੇ ਵਰਲਡ ਮੀਡੀਆ USA ਦੇ ਜਿੰਨੇ ਵੀ ਦਰਸ਼ਕ ਨੇ ਮੇਰੇ ਵੱਲੋਂ ਉਹਨਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਦਾ ਤੁਹਾਡਾ ਧੰਨਵਾਦ ਹੈ ਜੀ। ਤੁਸੀਂ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕੀਤਾ ਹੈ ਜੀ। ਥੈਂਕ ਯੂ ਨੱਤ ਸਾਹਿਬ। ਨੱਤ ਸਾਹਿਬ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਵੀ ਹਾਲੇ ਤੱਕ ਵੈਕਸੀਨ ਤਾਂ ਸਾਡੇ ਕੋਲ ਕੋਈ ਹੈ ਨਹੀਂ, ਪਰ ਹਾਲੇ ਤੱਕ ਤਾਂ ਬਸ ਬਚਾਅ ਦਾ ਸਾਧਨ ਇਹੀ ਹੈ ਵੀ ਘਰ ਦੇ ਵਿੱਚ ਰਹੋ। ਅਤੇ ਸਰਕਾਰਾਂ ਇਹੀ ਕੋਸ਼ਿਸ਼ ਕਰ ਰਹੀਆਂ ਨੇ ਵੀ ਕਿਤੇ ਸਾਡਾ ਜਿਹੜਾ ਮੁਲਕ ਹੈ, ਕੋਈ ਵੀ ਮੁਲਕ, ਹਰੇਕ ਮੁਲਕ ਦੀ ਸਰਕਾਰ ਇਹੀ ਉਪਰਾਲਾ ਕਰ ਰਹੀ ਹੈ ਵੀ ਕਿਤੇ ਸਾਡੇ ਮੁਲਕ ਦੇ ਵਿੱਚ ਜ਼ਿਆਦਾ ਨਾ ਫੈਲ ਜਾਵੇ। ਅਤੇ ਉਸ ਦੇ ਚੱਲਦਿਆਂ ਕੀ ਹਾਲਾਤ ਨੇ ਇਸ ਸਮੇਂ ਕੈਨੇਡਾ ਦੇ ਵਿੱਚ? ਸ਼ੇਰਪੁਰ ਸਾਹਿਬ, ਸਾਡੇ ਤਕਰੀਬਨ 45,000 ਤੋਂ ਉੱਪਰ ਕੇਸ ਹੋ ਚੁੱਕੇ ਨੇ। 2400 ਦੇ ਨੇੜੇ ਮੌਤਾਂ ਹੋ ਚੁੱਕੀਆਂ ਆਲ ਓਵਰ ਕੈਨੇਡਾ, ਜਿਹਦੇ ਵਿੱਚੋਂ ਕਿ ਸਾਡੇ ਜਿਹੜੇ ਖਾਸ ਕਰਕੇ ਸੂਬਾ ਕੁਬੈਕ ਦਾ ਹੈ ਜੀ, ਉਹਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ ਨੇ। ਤਕਰੀਬਨ ਹਾਲਾਤ ਐਸੀ ਹੈ ਕਿ ਅੱਧੇ ਕੇਸਿਸ ਕੁਬੈਕ ਦੇ ਵਿੱਚ ਹੋਏ ਨੇ ਅਤੇ ਬਾਕੀ ਦੇ ਕੇਸਿਸ ਉਹ ਤੋਂ ਬਾਅਦ ਅੰਟੈਰੀਓ ਦੇ ਵਿੱਚ ਆ ਜਾਂਦੇ ਨੇ ਹੌਲੀ ਹੌਲੀ। ਬਾਕੀਆਂ ਦੇ ਵਿੱਚ ਕਈ ਸੂਬੇ ਐਸੇ ਨੇ ਜਿਵੇਂ ਸਾਡੇ ਈਸਟਰਨ ਸੂਬੇ ਆ, ਬਹੁਤ ਛੋਟੇ ਛੋਟੇ ਆ, PEI ਵਗੈਰਾ, ਉੱਥੇ ਤਾਂ ਬਹੁਤ ਨੰਬਰ ਜਿੱਥੇ ਤੁਸੀਂ ਕੁਛ ਉਂਗਲਾਂ 'ਤੇ ਕੇਸਿਸ ਗਿਣ ਸਕਦੇ ਹੋ। ਸਾਡੇ ਹਾਲਾਤ ਇਹ ਨੇ, ਪਰ ਜਿਹੜੇ ਵੱਡੇ ਸ਼ਹਿਰ ਹੈ ਉੱਥੇ ਹਾਲਾਤ ਬਹੁਤੇ ਚੰਗੇ ਨਹੀਂ ਹੈ। ਸਾਡੇ BC ਦੇ ਵਿੱਚੋਂ ਜਿਵੇਂ ਆਪਾਂ ਸਰੀ ਬਹੁਤੇ ਲੋਕ ਰਹਿੰਦੇ ਹਾਂ, ਵੈਨਕੂਵਰ ਦਾ ਏਰੀਆ ਹੈਗਾ, ਉੱਥੇ ਕੁਛ ਹਾਲਾਤ ਅੱਗੇ ਨਾਲੋਂ ਬੈਟਰ ਹੋਣ ਲੱਗੇ ਹੋਏ ਨੇ। ਪਰ ਸਾਡੇ ਜਿਹੜਾ ਟੋਰਾਂਟੋ ਆ, ਹਜੇ ਇੱਥੇ ਹਾਲਾਤ ਇੰਨੇ ਚੰਗੇ ਨਹੀਂ ਹੈ। ਸਾਡੀਆਂ ਸਰਕਾਰਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ, ਸਾਡੀਆਂ ਸਰਕਾਰਾਂ ਬਹੁਤ ਅਪੀਲ ਕਰ ਰਹੀਆਂ ਨੇ। ਸਾਡਾ ਉੱਪਰ ਤੋਂ ਲੈ ਕੇ ਥੱਲੇ ਤੱਕ, ਪ੍ਰਾਈਮ ਮਿਨਿਸਟਰ, ਸਾਡੇ ਪ੍ਰੀਮੀਅਰ ਜਿਵੇਂ ਤੁਹਾਡੇ ਗਵਰਨਰਸ ਨੇ, ਅਤੇ ਸਾਡੇ ਲੋਕਲ ਗਵਰਨਮੈਂਟਸ ਹੈਗੀਆਂ ਨੇ, ਮੇਅਰਸ ਵਗੈਰਾ ਹੈਗੇ ਨੇ, ਸਾਰੇ ਸਾਡੇ ਇੱਕ ਤੋਂ ਵੱਡੋਂ ਇਹੀ ਬੇਨਤੀ ਕਰ ਰਹੇ ਆ ਕਿ ਸਾਰੇ ਜਾਣੇ ਘਰੇ ਰਹੋ, ਸੋਸ਼ਲ ਡਿਸਟੈਂਸਿੰਗ ਰੱਖੋ। ਜਿੰਨਾ ਤੁਸੀਂ ਪਰੇ ਰਹੋਗੇ ਤੁਸੀਂ ਓਨਾ ਹੋਈ ਛੇਤੀ ਇਹਦੇ ਉੱਤੇ ਕਾਬੂ ਕੀਤਾ ਜਾ ਸਕਦਾ। ਜਿਵੇਂ ਤੁਸੀਂ ਕਿਹਾ ਕਿ ਦਵਾਈ ਹੈ ਨਹੀਂ ਗੀ, ਪਰ ਸਾਡੇ ਵੀ ਤੁਹਾਡੇ ਜਿੰਨੇ ਨਹੀਂ, ਕੁਛ ਐਸੇ ਪਰਸੈਂਟ ਲੋਕ ਇਹ ਹੈਗੇ ਨੇ ਜਿਹੜੇ ਇਸ ਗੱਲ ਨੂੰ ਹੁਣ ਤਤਪਰ ਹੋਏ ਨੇ ਕਿ ਛੇਤੀ ਤੋਂ ਛੇਤੀ ਕੈਨੇਡਾ ਨੂੰ ਖੋਲ੍ਹਿਆ ਜਾਵੇ, ਜਿਹਦੇ ਵਿੱਚ ਕਿ ਸਰਕਾਰਾਂ ਹੁਣ ਪ੍ਰੋਬਲਮ ਇਹ ਆਈ ਹੋਈ ਹੈ। ਸਾਡੇ ਮੈਂ ਅੰਟਾਰੀਓ ਦੀ ਗੱਲ ਕਰਾਂਗਾ, ਸਾਡੇ ਡਗ ਫੋਰਡ ਸਾਹਿਬ ਨੇ ਜਿਹੜੇ ਇੱਥੋਂ ਦੇ ਪ੍ਰੀਮੀਅਰ, ਉਹਨਾਂ 'ਤੇ ਬੜਾ ਪ੍ਰੈਸ਼ਰ ਪੈ ਰਿਹਾ, ਕਿਉਂਕਿ ਜੇ ਨਹੀਂ ਖੋਲ੍ਹਦੇ ਤਾਂ ਸਾਡੇ ਨਾਲ ਦੇ 3 ਸੂਬੇ ਖੁੱਲ੍ਹ ਰਹੇ ਨੇ। ਈਸਟਰਨ ਇੱਕ ਸੂਬਾ ਖੁੱਲ੍ਹ ਗਿਆ ਜੀ, ਅਤੇ ਸਸਕੈਚੁਅਨ ਇਹਦੇ ਬਾਰੇ ਸੋਚ ਰਿਹਾ ਜੀ। ਅਲਬਰਟਾ ਦੇ ਵਿੱਚ ਇਹ ਗੱਲ ਸ਼ੁਰੂ ਹੋਈ ਹੈ ਵੀ ਕਦੋਂ ਖੋਲ੍ਹਿਆ ਜਾਵੇ। ਤਾਂ ਜਿਹੜਾ ਸੂਬਾ ਹੁਣ ਬਾਅਦ 'ਚ ਖੁੱਲ੍ਹੇਗਾ, ਜਿਹੜੀ ਸਾਡੀ ਸਟੇਟ ਆ ਬਾਅਦ 'ਚ ਖੁੱਲ੍ਹੇਗੀ, ਇਹ ਨੈਚੁਰਲੀ ਹੈ ਕਿ ਜਿਹੜੀਆਂ ਸਟੇਟਾਂ ਪਹਿਲਾਂ ਖੁੱਲ੍ਹਦੀਆਂ ਨੇ ਉਹਨਾਂ ਕੋਲੇ ਬਿਜ਼ਨਸ ਉਦੋਂ ਬੈਟਰ ਹੋਏਗਾ, ਉਹਨਾਂ ਕੋਲੇ ਕਿੱਕ ਸਟਾਰਟ ਪਹਿਲਾਂ ਮਿਲ ਜਾਵੇਗਾ। ਹੁਣ ਸਾਡੀਆਂ ਜਿਹੜੀਆਂ ਲੋਕਲ ਸਰਕਾਰਾਂ ਨੇ ਉਹ ਇਸ ਗੱਲ 'ਤੇ ਫਸੀਆਂ ਹੋਈਆਂ ਨੇ ਕਿ ਉਹ ਬਾਕੀਆਂ ਦੇ ਨਾਲ ਅੰਟਾਰੀਓ ਨੂੰ ਜਾਂ ਖੋਲ੍ਹਣ, ਜੇ ਨਹੀਂ ਖੋਲ੍ਹਦੇ ਤਾਂ ਪਿੱਛੇ ਰਹਿੰਦੇ ਆ, ਜੇ ਖੋਲ੍ਹਦੇ ਤਾਂ ਹੋ ਸਕਦਾ ਬਿਮਾਰੀ ਇਦੋਂ ਵੱਧ ਜਾਵੇ, ਕਿਉਂਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਰੱਖਣੀ ਬੜੀ ਮੁਸ਼ਕਲ ਹੈਗੀ ਆ। ਜਦੋਂ ਕਾਰੋਬਾਰ ਚੱਲ ਪੈਂਦੇ ਆ ਤਾਂ ਉਹਦੇ ਨਾਲ ਚਾਂਸਿਸ ਹੈ ਕਿ ਜਿਹੜਾ ਹੁਣ ਤੱਕ ਕਾਬੂ ਪਾਇਆ ਜਾ ਚੁੱਕਿਆ, ਜੇ ਉਹ ਕਾਬੂ ਪਾਇਆ ਹੈ ਹੱਥੋਂ ਨਿਕਲ ਗਿਆ, ਜਿਹਨੂੰ ਸੈਕੰਡ ਵੇਵ ਦੀ ਗੱਲ ਕਰ ਰਹੇ ਆ, ਜੇ ਕਿਤੇ ਉਹ ਹੈ ਤਾਂ ਬੜੀ ਮੁਸ਼ਕਲ ਹੋ ਜਾਏਗੀ ਜੀ। ਕਿਉਂਕਿ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਕੁਝ ਵੀ ਅੱਗੇ ਲੰਘਣ ਦੀ ਦੌੜ ਵੀ ਹੈ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਸਰਕਾਰਾਂ ਜਿਹੜੀਆਂ ਇਸ ਸਮੇਂ ਕੈਲਕੂਲੇਟ ਕਰ ਰਹੀਆਂ ਨੇ, ਔਰ ਅਸੀਂ ਇਹ ਵੀ ਸਮਝਦੇ ਹਾਂ ਵੀ ਇਟਸ ਨਾਟ ਈਜ਼ੀ ਗੇਮ
ਫਾਰ ਗਵਰਨਮੈਂਟਸ ਟੂ ਵੀ ਕਹਿੰਦੇ ਨੇ ਜਿਹੜਾ ਮੈਨੇਜ ਕਰਨਾ ਕਿਸੇ ਵੀ ਐਡੀ ਵੱਡੀ ਕੰਟਰੀ ਨੂੰ, ਕਿਉਂਕਿ ਉਹਨਾਂ ਨੇ ਵੀ ਸੋਚਣਾ ਕੱਲ੍ਹ ਨੂੰ ਪੈਸਾ ਕਿੱਥੋਂ ਆਉਣਾ, ਸਾਨੂੰ ਪੈਸੇ ਦੀ ਵੀ ਜ਼ਰੂਰਤ ਹੈ ਕੰਟਰੀ ਚਲਾਉਣ ਲਈ, ਚਾਹੇ ਉਹ ਪੈਸਾ ਅਸੀਂ ਸਰਕਾਰਾਂ ਨੇ ਦੇਣਾ ਹੈ, ਫੰਡਿੰਗ ਦੇਣੀ ਹੈ ਜਿੱਥੇ ਲੋਕਡਾਊਨ ਹੋਇਆ ਉਹਨਾਂ ਲੋਕਾਂ ਦੀ ਮਦਦ ਲਈ ਜਾਂ ਮੈਡੀਕਲ ਸਟਰਕਚਰ ਲਈ ਵੀ ਸਾਨੂੰ ਪੈਸੇ ਦੀ ਜ਼ਰੂਰਤ ਹੈ, ਨੋ ਡਾਊਟ ਅਬਾਊਟ ਇਟ। ਅਮਰੀਕਾ ਦੇ ਵਿੱਚ ਵੀ ਜਿਹੜੀ ਇਸ ਤਰ੍ਹਾਂ ਦੀ ਸਟੱਡੀ ਚੱਲ ਰਹੀ ਆ, ਕੁਝ ਸਟੇਟਸ ਨੇ ਜਿਹੜਾ ਰੀਓਪਨ ਕਰਨਾ ਸ਼ੁਰੂ ਵੀ ਕੀਤਾ, ਪਰ ਕੁਝ ਸਟੇਟਸ ਦੇ ਵਿੱਚ ਗੱਲ ਇਹ ਹੈ ਵੀ ਉਹਨਾਂ ਨੇ ਰੀਓਪਨ ਕਰਨਾ ਤਾਂ ਸ਼ੁਰੂ ਕੀਤਾ, ਬਟ ਦੇ ਆਰ ਨੰਬਰ ਨੇ ਜਿਹੜੇ ਉਹਨਾਂ ਦੇ ਲਗਾਤਾਰ ਗਰੋ ਕਰ ਰਹੇ ਆ। ਸੋ ਸੋਸ਼ਲ ਡਿਸਟੈਂਸਿੰਗ ਨੂੰ ਅਸੀਂ ਕਿੱਦਾਂ ਮੇਨਟੇਨ ਕਰਾਂਗੇ ਜਦੋਂ ਅਸੀਂ ਇੱਕ ਫੈਕਟਰੀ 'ਚ ਜਾ ਰਹੇ ਹਾਂ ਜਾਂ ਕਿਸੇ ਇੱਕ ਆਫਿਸ ਦੇ ਵਿੱਚ ਜਾ ਰਹੇ ਹਾਂ। ਦੇਖੋ ਇਹ ਪੇਪਰ ਹੈ, ਰਾਈਟ, ਇਸ ਪੇਪਰ ਨੂੰ ਜਦੋਂ ਮੈਂ ਇਹਦੇ ਤੇ ਸਾਈਨ ਕਰਨੇ ਆ, ਮੈਂ ਕਿਸੇ ਨੂੰ ਦੇਣਾ ਹੈ ਰਿਵਿਊ ਕਰਨ ਦੇ ਲਈ, ਜਾਂ ਤਾਂ ਹੁਣ ਅਸੀਂ ਇਹਨੂੰ ਪੇਪਰ ਨੂੰ ਐਲੀਮੀਨੇਟ ਕਰੀਏ ਕਿਉਂਕਿ ਪੇਪਰ ਨੂੰ ਹੱਥ ਲੱਗਦਾ ਔਰ ਪੇਪਰ ਦੇ ਉੱਤੇ ਸਸਟੇਨ ਕਰਦਾ। ਔਰ ਬਹੁਤੇ ਜਿਹੜੇ, ਅਗਰ ਮੈਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਸ਼ਾਇਦ ਉਹਨਾਂ ਦੇ ਬਿਮਾਰ ਹੋਣ ਦਾ ਕਾਰਨ ਵੀ ਇੱਕ ਪੇਪਰ ਰਿਹਾ ਹੋਵੇ। ਹਾਂਜੀ, ਸੋ ਇਸ ਕਰਕੇ ਉਹਨੂੰ ਅਸੀਂ ਕਿੱਦਾਂ ਮੇਨਟੇਨ ਕਰਾਂਗੇ ਫਿਰ? ਮੈਂ ਦੇਖੋ ਤਾਂ ਮੈਂ ਆਪਦੇ ਪਰਸਪੈਕਟਿਵ ਤੋਂ ਗੱਲ ਕਰਦਾ, ਹਾਊ ਮੋਸਟ ਆਫ ਕੈਨੇਡੀਅਨਸ ਥਿੰਕ। ਜਿਹੜੇ ਤੁਹਾਡੇ ਪ੍ਰੋਟੈਸਟ ਹੋ ਰਹੇ ਨੇ, ਲੋਕੀ ਕਹਿ ਰਹੇ ਨੇ ਵੀ ਸਾਨੂੰ ਇਹ ਖੋਲ੍ਹ ਦੇਣਾ ਚਾਹੀਦਾ, ਉਹਦੇ 'ਚ ਜਿਹੜੀ ਮੇਰਾ ਖਿਆਲ ਆ ਬਹੁਤੀ ਪਰਸੈਂਟੇਜ ਉਹ ਹੈ ਜਿਹੜੇ ਜਿਹਨੂੰ ਆਪਾਂ ਕਹਿੰਦੇ ਬਹੁਤੇ ਰਾਈਟ ਵਿੰਗ ਨੇ, ਉਹਦੇ 'ਚ ਗਨ ਲੱਭੀ ਵਾਲੇ ਵੀ ਨੇ, ਉਹਦੇ 'ਚ ਹਰੇਕ ਕਹਿੰਦਾ ਵੀ ਸਾਡੀ ਆਜ਼ਾਦੀ ਨੂੰ ਖੋਲ੍ਹ ਦਿਓ, ਤੁਸੀਂ ਸਾਡੀ ਆਜ਼ਾਦੀ ਨੂੰ ਸਾਨੂੰ ਗੁਲਾਮ ਬਣਾ ਕੇ ਰੱਖਣ ਲੱਗੇ ਹੋਏ ਹੋ। ਇਹ ਇਸ਼ੂ ਲਿਆ ਜਾ ਰਿਹਾ ਹੈ। ਹਾਲਾਂਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਸਿਹਤ ਜ਼ਰੂਰੀ ਹੈ ਕਿ ਤੁਹਾਨੂੰ ਪੈਸਾ ਜ਼ਰੂਰੀ। ਜੀ ਬਿਲਕੁਲ ਜ਼ਰੂਰੀ ਹੈ। ਤੁਸੀਂ ਇਹ ਬੈਲੈਂਸ ਕਰਨ ਵਾਲੀ ਗੱਲ ਆ। ਪਰ ਜਦੋਂ ਸੌਰੀ ਟੂ ਸੇ ਦਿਸ ਥਿੰਗ, ਹੋ ਸਕਦਾ ਤੁਹਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਮੇਰੀ ਗੱਲ ਨਾ ਚੰਗੀ ਲੱਗੇ ਕਿ ਤੁਹਾਡੇ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਨੇ ਉਹ ਬਈ ਕਈ ਵਾਰੀ ਬਹੁਤ ਵਾਹਿਆਤ ਬਿਆਨਬਾਜ਼ੀ ਕਰ ਰਹੇ ਨੇ। ਇੱਕ ਜਿਹੜੀ ਬਿਆਨਬਾਜ਼ੀ ਹੁਣੇ ਉਹਨਾਂ ਨੇ ਅਖੀਰਲੀ, ਵੈਸੇ ਉਹਨਾਂ ਨੂੰ ਮੇਰੇ ਖਿਆਲ ਹੁਣ ਤੱਕ 34 ਜਾਂ 35 ਵਾਰੀ ਕਰੋਨਾ ਵਾਇਰਸ ਬਾਰੇ ਕੁਐਸਚਨ ਕੀਤਾ ਜਾ ਚੁੱਕਿਆ ਇਨ ਪਬਲਿਕ। ਤੁਹਾਡੇ ਜਿਹੜੇ ਮੀਡੀਆ ਉਹਨੇ ਕੁਐਸਚਨਸ ਕੀਤੇ ਨੇ ਔਰ ਉਹਨਾਂ ਨੇ ਹਰ ਵਾਰੀ ਇਸ ਕੁਐਸਚਨ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਵਾਬ ਨਹੀਂ ਦਿੱਤਾ ਜਾਂ ਇਗਨੋਰ ਕੀਤਾ, ਜਿਹੜੀ ਕਿ ਆਪਦੇ ਵਿੱਚ ਇੱਕ ਬੜੀ ਹਾਸੋਹੀਣੀ ਗੱਲ ਹੈ। ਤੇ ਹੁਣ ਜਿਹੜਾ ਸਭ ਤੋਂ ਅਖੀਰਲਾ ਬਿਆਨ ਆਇਆ ਕਿ ਜਿਹੜੀ ਲਾਈਸੋਲ ਵਗੈਰਾ ਜਿਹੜੇ ਡਿਸਇਨਫੈਕਟੈਂਟਸ ਹੈਗੇ ਨੇ, ਤੁਸੀਂ ਉਹਨਾਂ ਨੂੰ ਇੰਜੈਕਟ ਕਰ ਲਓ ਜਾਂ ਪੀ ਲਓ। ਮੈਂ ਇੱਕ ਸੈਕਿੰਡ ਲਈ ਤੁਹਾਨੂੰ ਇੰਟਰਰਪਟ ਕਰਨਾ ਹੈ, ਆਪਾਂ ਬਿਆਨ ਸੁਣ ਵੀ ਲੈਂਦੇ ਹਾਂ ਕੋਈ ਨਾ ਉਹਨਾਂ ਦਾ। So supposing we hit the body with a tremendous, whether it's ultraviolet or just very powerful light, and I think you said that hasn't been checked, but you're going to test it. And then I said, supposing you brought the light inside the body, which you can do either through the skin or in some other way. And I think you said you're going to test that too. Sounds interesting. Right, and then I see the disinfectant where it knocks it out in a minute, 1 minute. And is there a way we can do something like that by injection inside or almost a cleaning? Because you see it gets on the lungs and it does a tremendous number in the lungs. So it'd be interesting to check that. So that you're going to have to use medical doctors with. But it sounds interesting to me. ਜੀ ਸ਼ੇਰਪੁਰ ਸਾਹਿਬ ਆਪਣੇ ਆਪ ਦੇਖ ਲਓ ਕਿ ਇਹ ਸੌਰੀ ਹੋ ਸਕਦਾ ਮੈਂ ਥੋੜੀ ਤਲਖ ਗੱਲ ਕਹਿ ਜਾਵਾਂ। ਸਾਡੇ ਇੱਥੇ ਆਮ ਜਦੋਂ ਅਸੀਂ ਹੁਣ ਅਸੀਂ ਤਾਂ ਫੋਨਾਂ ਤੇ ਗੱਲ ਕਰ ਸਕਦੇ ਹਾਂ, ਜਦੋਂ ਗੱਲਬਾਤ ਕਰਦੇ ਹਾਂ ਕਈ ਮੈਨੂੰ ਕਾਲਸ ਆਉਂਦੀਆਂ ਨੇ, ਕਈਆਂ ਦੇ ਇਹ ਸੁਝਾਅ ਨੇ ਕਿ ਇਹਨਾਂ ਦੇ ਪ੍ਰੈਜ਼ੀਡੈਂਟ ਦਾ ਕੁਝ ਦਿਮਾਗੀ ਸੰਤੁਲਨ ਜਿਵੇਂ ਖਰਾਬ ਹੋਇਆ ਹੁੰਦਾ, ਇਹਨਾਂ ਨੂੰ ਜ਼ਰੂਰ ਕੁਛ ਨਾ ਕੁਛ ਟੈਸਟ ਕਰਨਾ ਚਾਹੀਦਾ ਕਿ ਅਜਿਹੀ ਗੱਲ। ਦੇਖੋ he is kind of king of the ਦੇਖੋ world. ਜਿਹੜੀ ਚੀਜ਼ ਹੁਣ ਉਹ ਬੈਕ ਆਫ ਕਰ ਰਿਹਾ ਵਾਈਟ ਹਾਊਸ ਇਸ ਗੱਲ ਦੇ ਉੱਤੋਂ, ਔਰ ਉਹ ਕਹਿ ਰਿਹਾ ਵੀ ਇਟ ਵਾਜ਼ ਅ ਡਾਇਲੋਗ ਬਿਟਵੀਨ ਸਾਇੰਟਿਸਟ ਐਂਡ ਦ ਪ੍ਰੈਜ਼ੀਡੈਂਟ। ਮਤਲਬ ਇਹ ਨਹੀਂ ਸੀ ਵੀ ਉਹਨਾਂ ਦਾ ਕੋਈ ਬਿਆਨ ਨਹੀਂ ਸੀਗਾ, ਬਟ ਕਿਉਂਕਿ ਐਟ ਦੈਟ ਟਾਈਮ ਹੀ ਵਾਜ਼ ਬਰੀਫਿੰਗ ਟੂ ਦ ਜਿਹੜਾ ਹੈਗਾ ਨੇਸ਼ਨ ਨੂੰ ਬਰੀਫ ਕਰ ਰਹੇ ਸੀ। ਸੋ ਉਹ ਬਿਆਨ ਹੀ ਮੰਨਿਆ ਜਾਣਾ, ਪਰ ਮੈਂ ਹੁਣ ਉਹ ਤੋਂ ਬੈਕ ਆਫ ਕਰਨ ਦਾ ਹੁਣ ਇਹਦੇ ਬਾਰੇ ਵੱਖ ਰਹੇ ਜਿਹੜੀ ਉਹ ਆ ਰਹੀ ਆ ਹੁਣ ਵਾਈਟ ਹਾਊਸ ਮੁੱਕਰ ਰਿਹਾ ਇਸ ਗੱਲ ਤੋਂ। ਸਟਾਰਟ ਕਰਨ ਲੱਗਿਆ ਮੈਂ ਕਹਿਣਾ ਧੰਨ ਤੁਹਾਡਾ ਵਾਈਟ ਹਾਊਸ ਦਾ ਸਟਾਫ ਜਿਹੜੇ ਨਿਤ ਇਸ ਗੱਲ ਨੂੰ ਲੇਪੇ ਪੋਚੇ ਮਾਰ ਕੇ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਉਹਨਾਂ ਦੇ ਬਾਰੇ ਜਾਣਨਾ,
ਉਹਨਾਂ ਦੀ ਜਿਹੜੀ ਡਿਪਲੋਮੇਸੀ ਆ, ਉਹਨਾਂ ਦੀ ਸਿਆਣਪ ਆ, ਉੱਥੇ ਮੈਂ ਦਾਦ ਦਿੰਦਾ ਕਿ ਜਿਹੜੇ ਹਰ ਰੋਜ਼ ਟਰੰਪ ਸਾਹਿਬ ਬਿਨਾਂ ਸੋਚੇ ਤੋਂ ਬੋਲਦੇ ਨੇ ਤੇ ਗੱਲ ਕਰਦੇ ਨੇ, ਤੇ ਮਗਰ ਜਿਹੜਾ ਡਿਪਾਰਟਮੈਂਟ ਆ ਉਹਨੂੰ ਸੂਤ ਕਰਦਾ ਫਿਰਦਾ, ਸਾਫ਼ ਕਰਦਾ ਫਿਰਦਾ, ਉਹਨੂੰ ਪੂੰਝਦਾ ਫਿਰਦਾ, ਉਹਨੂੰ ਹੂੰਝਦਾ ਫਿਰਦਾ ਕਿ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਸਾਡੀ ਬਿਲਕੁਲ ਉਵੇਂ ਜੇ ਤੁਸੀਂ ਹੁਣ ਚਲੋ ਗੱਲ ਮੇਰਾ ਕੀਤੀ ਖਿਆਲ ਹੈ ਕਿ ਉਹਨਾਂ ਨੇ ਲੈਸਨ ਲਰਨ ਕਰ ਲਿਆ ਕਿਉਂਕਿ ਵਿਰੋਧ ਕਾਫੀ ਹੋ ਗਿਆ ਤੇ ਚੰਗੀ ਗੱਲ ਹੈ। ਪਰ ਸਾਨੂੰ ਇੱਕ ਸਾਡੀ ਸੋਚ ਇਉਂ ਆ, ਅਸੀਂ ਇਉਂ ਸਮਝਦੇ ਹਾਂ ਕਿ ਇਲੈਕਸ਼ਨ ਆ ਰਹੀ ਹੈ ਤੁਹਾਡੀ ਨਵੰਬਰ ਦੇ ਵਿੱਚ, ਜੀ ਤੇ ਟਰੰਪ ਸਾਹਿਬ ਜਿਹੜੀ ਇਹ ਕਰੋਨਾ ਵਾਇਰਸ ਦਾ ਹਾਲੇ ਤੱਕ ਇਹਦਾ ਕੋਈ ਇਲਾਜ ਨਹੀਂ ਹੈ, ਇਹਦਾ ਹਾਲੇ ਕੰਟਰੋਲ 'ਚ ਨਹੀਂ ਹੈ। ਖਾਸ ਕਰਕੇ ਤੁਹਾਡੀ ਸਟੇਟ ਜਿਹੜੀ ਨਿਊਯਾਰਕ ਹੈਗੀ ਆ, ਉਹਦੇ 'ਚ ਬਹੁਤੇ ਕੰਟਰੀਜ਼ ਨਾਲੋਂ, ਸਾਰਿਆਂ ਕੰਟਰੀਜ਼ ਨਾਲੋਂ ਉਹਦੇ ਇਕੱਲੇ ਕੇਸ ਬਹੁਤ ਜ਼ਿਆਦਾ ਹੋਏ ਨੇ। ਇਹ ਕੰਟਰੋਲ ਆ ਰਹੀ ਨਾ, ਨਵੰਬਰ ਬਹੁਤਾ ਦੂਰ ਨਹੀਂ ਹੈ, ਤੇ ਟਰੰਪ ਸਾਹਿਬ ਨੂੰ ਕੁਛ ਨਾ ਕੁਛ ਹੁਣ ਕੋਈ ਨਾ ਕੋਈ ਜੁਮਲਾ ਕੁਛ ਆ ਜਾ ਕੁਛ ਛੱਡਣਾ ਪਏਗਾ ਜਿਹਦੇ ਨਾਲ ਕੋ ਦੁਬਾਰੇ ਜਿੱਤ ਸਕਣ। ਦਿਸ ਇਜ਼ ਦ ਵੇ ਵੀ ਥਿੰਕ। ਅਸੀਂ ਕਹੋ ਵੀ ਆਰ ਆਊਟਸਾਈਡਰਸ, ਦੈਟਸ ਵੇ ਵੀ ਥਿੰਕ। ਤੁਸੀਂ ਜਿਹੜੇ ਇੱਥੇ ਬੈਠੇ ਹੋ, ਮੈਨੂੰ ਨਹੀਂ ਪਤਾ ਤੁਹਾਡੀ ਸੋਚ ਇਹਦੇ ਕਿਹੜੇ ਹਿਸਾਬ 'ਚ ਹੋਵੇਗੀ ਜੀ। ਉਹ ਕਹਿ ਰਹੇ ਹੋ ਰਲਮੀ ਮਿਲਮੀ ਹੈ। ਕੁਝ ਲੋਕ ਇਸ ਤਰੀਕੇ ਸੋਚ ਰਹੇ ਆ ਕਿ ਅਫਕੋਰਸ ਵੀ ਇਹਦੇ ਤੋਂ ਪੋਲੀਟਿਕਸ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਜਿਹੜੀ ਇਲੈਕਸ਼ਨ ਆ ਉਹ ਨਵੰਬਰ ਦੇ ਵਿੱਚ ਆ ਰਹੀ ਹੈ ਤੇ ਉਹ ਕੈਂਡੀਡੇਟ ਨੇ। ਦੂਸਰੀ ਗੱਲ ਮੈਨੂੰ ਇਹ ਦੱਸੋ ਵੀ ਤੁਹਾਡੇ ਇੱਕ ਜਿਹੜੀ ਗੋਲੀਬਾਰੀ ਹੋਈ ਆ ਰੀਸੈਂਟ ਕੈਨੇਡਾ ਦੇ ਵਿੱਚ, ਲੋਕ ਤਾਂ ਲੜ ਰਹੇ ਨੇ ਜ਼ਿੰਦਗੀ ਜਿਉਣ ਦੇ ਲਈ, ਬਟ ਕਿੱਥੇ ਟਾਈਮ ਮਿਲਦਾ ਮਤਲਬ ਅਜਿਹਾ ਕੁਝ ਸੋਚਣ ਦਾ ਵੀ ਅਸੀਂ ਜਾਈਏ ਤੇ ਲੋਕਾਂ ਨੂੰ ਮਾਰੀਏ? ਤੁਸੀਂ ਪਹਿਲਾਂ ਤਾਂ ਬੰਦੇ ਦੀ ਬੈਕਗ੍ਰਾਉਂਡ ਦੇਖੋ ਜਿਹਨੇ ਇਹ ਕੰਮ ਕੀਤਾ। ਉਹ ਡੈਂਚਰਸ ਸੀਗਾ ਜੀ, ਹੀ ਇਜ਼ ਅ ਮਿਲੀਅਨਰ। ਓਕੇ। ਉਹਦੇ ਪ੍ਰੈਕਟਿਸ ਕਰਦਾ, ਉਹ ਜਿਹਨੂੰ ਆਪਾਂ ਦੰਦ ਬਣਾਉਂਦਾ ਸੀਗਾ ਜੀ, ਉਹ ਡੈਂਟਿਸਟ ਹੈ, ਔਰ ਉਹ ਡਿਜ਼ਾਈਨ ਕਰਦਾ ਹੁੰਦਾ ਸੀਗਾ। ਉਹਨੂੰ ਜਿੱਦਣ ਇਹ ਗੱਲ ਘਟਨਾ ਵਾਪਰੀ ਹੈ, ਨੋਵਾ ਸਕੋਸ਼ੀਆ ਦੇ ਵਿੱਚ, ਇਹ ਸਾਡਾ ਈਸਟਰਨ ਪ੍ਰੋਵਿੰਸ ਹੈ, ਉਸ ਜਗ੍ਹਾ ਤੇ ਇਹ ਘਟਨਾ ਵਾਪਰੀ ਆ। ਉੱਥੇ ਉਹਦੀ ਗਰਲਫ੍ਰੈਂਡ ਤੇ ਉਹ ਕਿਸੇ ਪਾਰਟੀ ਤੇ ਗਏ ਹੋਏ ਸੀਗੇ। ਅੱਜ ਕੱਲ ਪਾਰਟੀ ਮੇਰੇ ਖਿਆਲ ਜਿਹੜੇ 5-6 ਦੀ ਵੀ ਪਾਰਟੀ ਨੂੰ ਅਸੀਂ ਪਾਰਟੀ ਕਰਦੇ ਆ, ਉਸ ਜਗ੍ਹਾ ਤੇ ਗਿਆ ਹੋਇਆ ਸੀਗਾ। ਉੱਥੇ ਕੋਈ ਗੁੱਸਾ ਗਿਲਾ ਹੋਇਆ, ਉਹ ਆਪਣੀ ਗਰਲਫ੍ਰੈਂਡ ਦੇ ਨਾਲ ਵਾਪਸ ਘਰੇ ਆ ਗਿਆ, ਆਪਦੀ ਗਰਲਫ੍ਰੈਂਡ ਨੂੰ ਘਰੇ ਬੰਨ ਗਿਆ ਘਰੇ। ਹਾਂਜੀ, ਉਹਨੇ ਉਸ ਨੂੰ ਘਰੇ ਬੰਨ ਗਿਆ ਤੇ ਬੰਨ ਕੇ ਆਪ ਮੁੜ ਕੇ ਪਾਰਟੀ ਤੇ ਗਿਆ ਤੇ ਉੱਥੇ ਉਹਨੇ ਕੁਝ ਕਤਲ ਕੀਤੇ ਉਸੇ ਵੇਲੇ। ਇਨ ਦਾ ਮੀਨ ਟਾਈਮ ਉਹ ਦੀ ਜਿਹੜੀ ਗਰਲਫ੍ਰੈਂਡ ਸੀ ਉਦੋਂ ਘਰੇ ਆਇਆ, ਕਾਰ ਚੱਕੀ ਤੇ ਤੁਰ ਗਿਆ। ਅੱਛਾ, ਉਹ ਬੰਦੇ ਨੂੰ ਪੈਸ਼ਨ ਸੀਗਾ, ਸਾਡੇ RCMP ਕਹਿੰਦੇ ਅਸੀਂ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ, ਜਿਹੜੀ ਕਿ ਆਲ ਓਵਰ ਕੈਨੇਡਾ ਹੈਗੀ ਆ। ਸਾਡੇ ਉਹ ਪੁਲਿਸ ਦਾ ਉਹਨੂੰ ਸ਼ੌਕ ਸੀਗਾ। ਉਹਨੇ ਘਰੇ 2 ਕਰੂਜ਼ਰ ਪੂਰੇ ਰੈਪਲੀਕਾ ਬਣਾ ਕੇ ਰੱਖੇ ਹੋਏ ਸੀਗੇ। ਉਹਦੀ ਬੇਸਮੈਂਟ 'ਚ ਹੁਣ ਜਾ ਕੇ ਪਤਾ ਲੱਗਿਆ ਕਿ ਬੇਸਮੈਂਟ ਦੇ ਵਿੱਚ ਉਹਦੇ ਜਿਹੜੇ ਮੈਮੋਰੋਬਿਲੀਆ RCMP ਦਾ ਉਹ ਰੱਖਿਆ ਹੋਇਆ ਸੀਗਾ। ਉਹ ਕਿਸੇ ਵੇਲੇ RCMP 'ਚ ਹੋਣਾ ਵੀ ਚਾਹੁੰਦਾ ਸੀਗਾ, ਪਰ ਉਹ ਤੇ ਭਰਤੀ ਨਹੀਂ ਹੋ ਸਕੀ ਤੇ ਮੁੜ ਕੇ ਉਹ ਡੈਂਟਿਸਟ ਬਣ ਗਿਆ। ਉਹਨੇ ਉਹ ਕਾਰ ਚੱਕੀ ਹੈ ਜੀ, ਤੇ ਤਕਰੀਬਨ 12 ਘੰਟੇ ਉਹ ਕਾਰ ਦੇ ਵਿੱਚ ਫਿਰਦਾ ਰਿਹਾ। ਕਈਆਂ ਲੋਕਾਂ ਨੂੰ ਸ਼ੱਕ ਹੀ ਨਹੀਂ ਸੀ ਕਿ ਇਹ RCMP ਦਾ ਅਫਸਰ ਹੈ ਜਾਂ ਕੋਈ ਹੋਰ ਹੈ। ਔਰ ਉਸ ਮਾਮਲੇ ਦੇ ਵਿੱਚ ਜਾ ਕੇ ਉਹਨੇ ਜੀ 22 ਕਤਲ ਕੀਤੇ ਆਲ ਟੂਗੇਦਰ। ਤੇ ਅਖੀਰ ਵਿੱਚ ਉਹਨੂੰ ਜਦੋਂ ਪੁਲਿਸ ਦੇ ਨਾਲ ਉਹਦੀ ਮੁੱਠਭੇੜ ਹੋਈ ਹੈ ਤੇ ਉਹਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ। ਇਹ ਬੜੀ ਸਾਡੇ ਅਜਿਹੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਨੇ ਜੀ। ਸਾਡੇ ਬਹੁਤ ਜਿਹੜੇ ਮਾਸ ਕਿਲਿੰਗਸ ਹੈਗੀਆਂ ਨੇ ਕੈਨੇਡਾ ਦੇ ਵਿੱਚ, ਅਸੀਂ ਇੰਨਾ ਕੁਛ ਨਹੀਂ ਹੈ। ਐਂਡ ਮੈਂ ਜਿਹੜੇ ਤੁਹਾਡੇ ਦਰਸ਼ਕ ਆ ਉਹਨਾਂ ਨੂੰ ਇਹ ਵੀ ਦੱਸਣਾ ਚਾਹਾਂ ਕਿ ਸਾਡੇ ਗਨ ਅਲਾਉਡ ਨਹੀਂ ਹੈ ਜੀ। ਸਾਡੇ ਕੋਈ 10th ਅਮੈਂਡਮੈਂਟ ਦਾ ਕੋਈ ਰੌਲਾ ਨਹੀਂ ਹੈ। ਅਸੀਂ ਅਲਾਉਡ ਨਹੀਂ ਹੈ ਗਨ ਕੈਰੀ ਕਰਨਾ। ਅਸੀਂ ਜੇ ਗਨ ਕੈਰੀ ਫਸਟ ਆਫ ਆਲ ਜੇ ਓਨ ਵੀ ਕਰਦੇ ਆ, ਲਾਇਸੈਂਸ ਲੈਣਾ ਪਏਗਾ ਜੀ, ਬਹੁਤ ਗੱਲਾਂ ਦੇ ਥਰੂ ਜਾਣਾ ਪੈਂਦਾ। ਤੇ ਫਿਰ ਤੁਹਾਨੂੰ ਗਨ ਜੇ ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਲੈ ਕੇ ਵੀ ਜਾਣੀ ਹੈ ਨਾ, ਸਾਨੂੰ ਪਹਿਲਾਂ ਪੁਲਿਸ ਨੂੰ ਦੱਸਣਾ ਪੈਂਦਾ ਵੀ ਮੈਂ ਆਪਣੇ ਘਰ ਤੋਂ ਗਨ ਰੇਂਜ ਦੇ ਉੱਤੇ ਗਨ ਲੈ ਕੇ ਚੱਲਿਆ, ਸੋ ਮੈਨੂੰ ਇਹਦੀ ਇਜਾਜ਼ਤ ਹੋਣੀ ਚਾਹੀਦੀ। ਸੋ ਸਾਡੇ ਟਰੈਕਿੰਗ ਸਾਡੇ ਗਨ ਅਸੀਂ ਕੈਰੀ ਨਹੀਂ ਜੀ ਕਰਦੇ। ਪਰ ਅਜਿਹੀਆਂ ਘਟਨਾਵਾਂ ਹੋਣਾ ਕਿ ਜਿਹੜਾ ਉਹ ਬੰਦੇ ਨੇ ਅੰਜਾਮ ਕੀਤਾ, ਉਹ ਕੋਈ ਵੀ ਗਨ ਓਨ ਨਹੀਂ ਸੀ ਕਰਦਾ। ਉਹਨੇ ਕਿਤੋਂ ਬਾਹਰੋਂ ਗੰਨਾਂ ਪ੍ਰਾਪਤ ਕੀਤੀਆਂ, ਮਿਲ ਜਾਂਦੀਆਂ ਨੇ। ਸੋ ਇਸ ਕਰਕੇ ਬੜੀ ਸਾਡੇ ਕੰਟਰੀ 'ਚ ਇਹ ਬਹੁਤ ਵੱਡੀ ਘਟਨਾ ਜੀ। ਤੁਹਾਡੇ ਕਈ ਵਾਰੀ ਆਮ ਅਜਿਹੀਆਂ ਗੱਲਾਂ ਸੁਣਦੇ, ਅਸੀਂ ਸਾਲ 'ਚ ਕਈ ਅਜਿਹੀਆਂ ਗੱਲਾਂ ਸੁਣਦੇ ਨੇ ਜਿੱਥੇ ਮਾਸ ਕਿਲਿੰਗਸ ਹੋ ਜਾਂਦੀਆਂ ਨੇ, ਤੇ ਉਸ ਵੇਲੇ ਅਪਰੋਚ ਤੁਹਾਡੇ ਵੀ ਹੁੰਦਾ। ਪਰ ਜਿਹੜਾ ਮੇਰੇ ਖਿਆਲ ਤੁਹਾਡੀ ਗੱਲ ਨਾ ਵੀ ਆ ਜਿਹੜੀ NRA ਹੈ ਨੈਸ਼ਨਲ, ਉਹ ਬਹੁਤ ਸਟਰੋਂਗ ਆ। ਉਹ ਜੀ ਕਿਸੇ ਦੇ ਪੈਰ ਨਹੀਂ ਲੱਗਣ ਦੇ ਰਹੀ। ਹਾਲਾਂਕਿ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦ ਤੁਹਾਨੂੰ ਤੁਹਾਡਾ ਕੰਟਰੀ, ਤੁਹਾਡੀ ਸਟੇਟ, ਤੁਹਾਡੀ ਗਵਰਨਮੈਂਟ ਤੁਹਾਨੂੰ ਸੇਫਟੀ ਦੇ ਰਹੀ ਹੈ, ਤੁਸੀਂ ਗਨ ਕੀ ਕਰਨੀ ਹੈ? ਤੁਹਾਨੂੰ ਗਨ ਦੀ ਕਿਉਂ ਲੋੜ ਹੈਗੀ ਹੈ? ਤੁਸੀਂ ਕਹਿੰਦੇ ਸਾਡਾ ਅਧਿਕਾਰ ਹੈ। ਬਸ ਕੁਝ ਚੀਜ਼ਾਂ ਨੇ ਨੱਥ ਸਾਹਿਬ ਅਸਲ ਦੇ ਵਿੱਚ ਜਿਨ੍ਹਾਂ ਦੇ ਵਿੱਚ ਡਿਬੇਟ ਹੋਣੀ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਕਈ ਚੀਜ਼ਾਂ ਨੇ ਜਿਹੜੀਆਂ ਹਾਲੇ ਉਹ ਅਨਫਿਨਿਸ਼ਡ ਨੇ, ਮਤਲਬ ਉਹ ਅੱਗੇ ਜਾ ਕੇ ਦੇਖੋ ਕੀ ਬਣਦਾ।
ਇੱਕ ਚੀਜ਼ ਸਰੀ ਦੇ ਵਿੱਚ ਮੈਂ ਬਹੁਤ ਸਾਰੇ ਲੋਕਾਂ ਨਾਲ ਗੱਲ ਹੁੰਦੀ ਆ, ਤੁਸੀਂ ਫਿਰ ਕਹੋਗੇ ਵੀ ਸ਼ਾਇਦ ਅਵਤਾਰ ਸ਼ੇਰਪੁਰੀ ਕੀ ਕਹਿੰਦੇ ਨੇ, ਪਤਾ ਨਹੀਂ ਕੈਨੇਡਾ ਦੇ ਮਗਰ ਹੱਥ ਹੋ ਕੇ ਪਿਆ ਹੈ, ਪਰ ਮੈਨੂੰ ਇਹ ਫਿਕਰ ਹੈ। ਆਪਾਂ ਡਿਸਕਸ਼ਨ ਵਾਸਤੇ ਇੱਥੇ ਬੈਠੇ ਆ, ਜੋ ਸਾਡੇ ਚ ਨੁਕਸ ਆ ਗਿਆ ਅਸੀਂ ਗੱਲ ਕਰਾਂਗੇ। ਹਾਂਜੀ ਯਾਰ, ਕੋਈ ਪਰ ਮੈਨੂੰ ਇਸ ਗੱਲ ਦਾ ਫਿਕਰ ਹੈ, ਕਿਉਂਕਿ ਜਦੋਂ ਦੇਖੋ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਨਾ ਵੀ 50,000 ਅਸੀਂ ਨੰਬਰ ਦੀ ਗੱਲ ਕਰਦੇ ਹਾਂ, ਅਸਲ 'ਚ ਸੋਚੋ ਇਹ ਲੋਕ ਨੇ ਜਿਹੜੇ ਸਾਡੇ ਕੋਲੋਂ ਚਲੇ ਗਏ ਨੇ, ਠੀਕ ਹੈ। ਔਰ ਮੈਂ ਅਗਰ ਨਿਊਯਾਰਕ ਦੀ ਗੱਲ ਕਰਾਂ, ਕੁਝ ਸਾਡੇ ਜਾਣ ਪਹਿਚਾਣਦਿਆਂ ਦੇ ਵਿੱਚੋਂ ਡੈਥ ਹੋਈ ਆ ਪਰਿਵਾਰਾਂ ਦੇ ਵਿੱਚ। ਉਹ ਸਿਚੁਏਸ਼ਨ ਇਹ ਸੀ ਵੀ ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਆ ਵੀ ਬੰਦੇ ਦੀ ਡੈਥ ਹੋ ਗਈ ਆ ਘਰ ਦੇ ਵਿੱਚ, ਕਿਉਂਕਿ 2 ਕੇਸ ਅਜਿਹੇ ਹੋਏ ਆ ਵੀ ਉਹ ਬੰਦਾ ਘਰ ਆ ਗਿਆ ਸੀਗਾ COVID-19 ਤੋਂ ਰਿਕਵਰ ਹੋ ਕੇ, ਇੱਕ ਦਿਨ ਘਰ ਰਿਹਾ, ਨੈਕਸਟ ਡੇ ਬਸ ਕੁਛ ਨਹੀਂ ਪਤਾ ਲੱਗਿਆ, ਇੱਕਦਮ ਅਚਾਨਕ ਆਲ ਆਫ ਸਡਨ ਡੈਥ ਹੋ ਗਈ। ਦੈਨ ਦੇ ਕਾਲਡ ਪੁਲਿਸ, ਤੇ ਪੁਲਿਸ ਆਈ ਆ, ਤੇ ਪੁਲਿਸ ਮਤਲਬ ਉਹ ਪਰਿਵਾਰ ਸਾਰਾ ਇੱਕ ਸਾਈਡ ਦੇ ਉੱਤੇ ਖੜਾ ਸੀਗਾ, ਉਹਨਾਂ ਨੂੰ ਹੱਥ ਲਾਉਣ ਦੀ ਕੋਈ ਇਜਾਜ਼ਤ ਨਹੀਂ ਸੀ। ਉਹਨਾਂ ਨੇ ਉਹਨੂੰ ਜਿਹੜਾ ਬੋਡੀ ਨੂੰ ਰੈਪ ਕੀਤਾ ਪਲਾਸਟਿਕ ਬੈਗ ਦੇ ਵਿੱਚ ਔਰ ਲੈ ਗਏ। ਹੁਣ ਮੈਂ ਨਹੀਂ ਚਾਹੁੰਦਾ ਵੀ ਇਹ ਚੀਜ਼ਾਂ ਕਿਸੇ ਸਾਡੇ ਬੰਦਿਆਂ ਨਾਲ ਵਾਪਰਨ, ਚਾਹੇ ਉਹ ਕਿਸੇ ਨਾਲ ਹੋ ਰਹੀ ਆ, ਤੁਹਾਨੂੰ ਦੁੱਖ ਤਾਂ ਹੁੰਦਾ ਨਾ, ਠੀਕ ਹੈ। ਬਿਲਕੁਲ ਜੀ। ਸੋ ਇਸ ਕਰਕੇ ਸਰੀ ਦੇ ਵਿੱਚ ਜਿਹੜੀ ਹੈ ਨਾ, ਮਤਲਬ ਸਰੀ ਦੇ ਵਿੱਚ ਇਸ ਦੀਆਂ ਧੱਜੀਆਂ ਉੜਦੀਆਂ ਦਿਖ ਰਹੀਆਂ ਨੇ ਲੋਕਡਾਊਨ ਦੀਆਂ ਬਹੁਤ ਜ਼ਿਆਦਾ। ਕੱਲਾ ਹਾਂਜੀ, ਮੈਂ ਤੁਹਾਡੇ ਨਾਲ ਐਗਰੀ ਕਰਦਾ ਜੀ। ਇਹ ਕੁਝ ਪਰਸੈਂਟੇਜ ਲੋਕ ਐਸੇ ਹੈਗੇ ਨੇ ਜਿਹੜੇ ਕਿ ਇਸ ਮਾਮਲੇ ਨੂੰ ਸੀਰੀਅਸਲੀ ਲੈ ਰਹੇ ਨੇ। ਹਾਲਾਂਕਿ ਮੈਂ ਟੋਰਾਂਟੋ ਦੀ ਗੱਲ ਕਰਦਾ ਜੀ, ਸਾਡੀ ਇੰਡੀਅਨ ਕਮਿਊਨਿਟੀ ਹੈ, ਉਹਦੇ ਵਿੱਚੋਂ ਕਈ ਲੋਕਾਂ ਦੀਆਂ ਜਾਨਾਂ ਇਸ COVID-19 ਕਰਕੇ ਗਈਆਂ ਨੇ। ਪਰ ਸਾਡੇ ਜਿਵੇਂ ਤੁਹਾਡੇ ਪ੍ਰੋਟੈਸਟ ਹੁੰਦੇ ਨੇ, ਸਾਡੇ ਕੱਲ ਇੱਕ ਛੋਟਾ ਜਿਹਾ ਪ੍ਰੋਟੈਸਟ ਹੋਇਆ ਜੀ, ਜਿਵੇਂ ਤੁਹਾਡੇ ਗਵਰਨਰ ਹਾਊਸ ਹੈ ਜੀ, ਸਾਡੇ ਇੱਥੇ ਕੁਈਨਸ ਪਾਰਕ ਕਹਿੰਦੇ ਆ, ਜਿਹੜੀ ਜਗ੍ਹਾ ਤੇ ਸਾਡੀ ਅੰਟਾਰੀਓ ਦੀ ਸਾਡੇ ਸੂਬੇ ਦੀ ਸਰਕਾਰ ਕਰਦੀ, ਉੱਥੇ ਤਕਰੀਬਨ 100 ਬੰਦਿਆਂ ਨੇ ਪ੍ਰੋਟੈਸਟ ਕੀਤਾ। ਬਿਲਕੁਲ ਐਗਜ਼ੈਕਟਲੀ ਉਹੀ ਪ੍ਰੋਟੈਸਟ ਜਿਹੜਾ ਤੁਹਾਡੇ ਹੋ ਰਿਹਾ ਵੀ ਸਾਡੀ ਆਜ਼ਾਦੀ ਹੈ, ਸਾਨੂੰ ਬਾਹਰ ਆਉਣਾ ਦੇਣਾ ਚਾਹੀਦਾ। ਸਾਡੀਆਂ ਸਰਕਾਰਾਂ ਹਜੇ ਇਹ ਅਲਾਉ ਨਹੀਂ ਕਰ ਰਹੀਆਂ। ਪਰ ਜਿਹੜੇ ਤੁਸੀਂ ਸਰੀ ਦੀ ਗੱਲ ਕੀਤੀ ਹੈ, ਬਿਲਕੁਲ ਸਹੀ ਹੈ ਜੀ ਤੁਹਾਡੀ। ਸਾਡੇ ਟੋਰਾਂਟੋ ਦੇ ਵਿੱਚ ਵੀ ਕੋਈ ਹੁਣ ਐਸੀ ਗੱਲ ਹੈ, ਜੇ ਕਿਤੇ ਤੁਸੀਂ ਟੋਰਾਂਟੋ ਦੇ ਸਾਡੇ ਟ੍ਰੈਫਿਕ ਕੈਮਰਾਸ ਔਨ ਕਰਕੇ ਦੇਖੋ, ਤੁਹਾਨੂੰ ਟ੍ਰੈਫਿਕ ਬੜਾ ਦਿਸਦਾ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿਹੜੇ ਲੋਕ ਨੇ ਜਿਹੜੇ ਸਾਡੇ ਐਸੈਂਸ਼ੀਅਲ ਸਰਵਿਸਿਜ਼ ਨੇ, ਤਕਰੀਬਨ 34 ਨੇ ਜੀ, ਜਿਹੜੇ ਕਿਸਮ ਦੇ ਲੋਕ ਅਲਾਉ ਕੀਤੇ ਗਏ ਨੇ, ਜਿਹੜੇ ਕੰਮ ਕਰ ਸਕਦੇ ਨੇ। ਅਸੀਂ ਸਮਝ ਲਿਆ ਵੀ ਚਲੋ ਉਹ ਲੋਕ ਹੋਣਗੇ, ਪਰ ਫਿਰ ਵੀ ਜਿਹੜਾ ਟ੍ਰੈਫਿਕ ਹੈ ਅੱਗੇ ਨਾਲੋਂ ਤਕਰੀਬਨ 40% ਹੈਗਾ। 40% ਇਜ਼ ਲਾਟ ਆਫ ਟ੍ਰੈਫਿਕ ਟੋਰਾਂਟੋ ਦੇ ਵਿੱਚ। ਟੋਰਾਂਟੋ ਸ਼ਹਿਰ ਹੈ ਜੀ, ਅਸੀਂ ਤਕਰੀਬਨ ਜਿਹੜਾ GTA ਕਹਿੰਦੇ ਗ੍ਰੇਟਰ ਟੋਰਾਂਟੋ ਏਰੀਆ, ਤਕਰੀਬਨ ਸਾਡੀ ਉੱਥੇ 6 ਬਿਲੀਅਨ 7 ਬਿਲੀਅਨ ਦੇ ਨੇੜੇ ਆਬਾਦੀ ਹੈਗੀ ਹੈ। ਸੋ ਉਹਦੇ ਵਿੱਚੋਂ ਇਹ ਲੋਕਾਂ ਦਾ ਤੁਰਿਆ ਫਿਰਨਾ ਇਹ ਬੜੀ ਮੰਦਭਾਗੀ ਹੈ ਜੀ। ਸਾਡੀਆਂ ਸਰਕਾਰਾਂ, ਅਸੀਂ ਆਪਣੇ TV ਪ੍ਰੋਗਰਾਮ ਰਾਹੀਂ ਹਰ ਰੋਜ਼ ਇਹ ਅਪੀਲ ਕਰਦੇ ਹਾਂ ਵੀ ਪਲੀਜ਼ ਘਰੇ ਬੈਠੋ, ਜਿਹਨੇ ਜਾਣਾ ਗਰੋਸਰੀ ਲੈਣ ਜਾਣਾ, ਇਕੱਲਾ ਬੰਦਾ ਘਰੋਂ ਜਾਓ। ਈਵਨ ਗੁਆਂਢੀਆਂ ਨੂੰ ਵੀ ਪੁੱਛ ਕੇ, ਭਾਈ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਮੈਂ ਤੁਹਾਨੂੰ ਲਿਆ ਦਿਆਂ। ਜਿਹੜੀ ਕੀਤਾ ਜਾ ਸਕੇ, ਬਹੁਤ ਮੰਦਭਾਗੀ ਹੈ। ਔਰ ਇਹ ਜੇ ਸੈਕੰਡ ਵੇਵ ਆ ਗਈ ਤਾਂ ਉਹ ਇਦੋਂ ਜ਼ਿਆਦਾ ਨੁਕਸਾਨ ਕਰੇਗੀ ਜੀ। ਇੱਕ ਕਰੋਨਾ ਦੇ ਦਿਨਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਕਾਫੀ ਵਧੇ ਆ, ਹੈ ਨਾ। ਜਿਸ ਤਰ੍ਹਾਂ ਤੁਸੀਂ ਸ਼ੁਰੂ ਦੇ ਵਿੱਚ ਕੇਸਿਸ ਦਾ ਜ਼ਿਕਰ ਕੀਤਾ, ਨੰਬਰ ਆਫ ਕੇਸਿਸ ਨੇ 45,000 ਦੇ ਉੱਪਰ ਚੱਲ ਗਏ ਆ। ਚਲੋ ਰਿਕਵਰੀ ਵਾਲਿਆਂ ਦੇ ਵੀ ਕੁਝ ਅੰਕੜੇ ਹੈਗੇ, ਬਟ ਉਹ ਬਹੁਤ ਘੱਟ ਨੇ। ਸਰਕਾਰ ਨੇ ਆਪਣੀ ਕੋਈ ਨੀਤੀ ਦੇ ਵਿੱਚ ਬਦਲਾਅ ਕੀਤਾ? ਸਰਕਾਰ ਨੇ ਜੀ ਇੱਥੇ ਸਾਡੇ ਕਈ ਚੇਂਜਿਸ ਆਈਆਂ ਨੇ, ਜਿਵੇਂ ਤੁਹਾਡੇ ਵੀ ਸਰਕਾਰ ਨੇ ਤਕਰੀਬਨ $1,200 ਦੇ ਨੇੜੇ ਹਰੇਕ ਸਿਟੀਜ਼ਨ ਨੂੰ, ਜਿਹੜੇ ਕਿ 1,45,000 ਤੋਂ ਮੇਰੇ ਖਿਆਲ ਘੱਟ ਹੈਗੀ, ਉਹਨਾਂ ਨੂੰ ਦੇਣ ਦਾ ਵਾਅਦਾ ਕੀਤਾ। ਸਾਡੇ ਅਜਿਹੀਆਂ ਬਹੁਤ ਸਕੀਮਾਂ ਆਈਆਂ ਨੇ। ਸਾਡੀ ਸ਼ਾਇਦ ਸਾਡੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਹਰ ਰੋਜ਼ ਨਵਾਂ ਪੈਕੇਜ ਲੈ ਕੇ ਆਉਂਦੇ ਨੇ, ਜਿਹਦੇ ਵਿੱਚੋਂ ਕਿ ਆਮ ਜਿਹੜਾ ਬੰਦਾ ਹੁਣ ਉਹਦੇ ਵਾਸਤੇ ਐਵਰੇਜ ਉਹਦੀ ਕੰਡੀਸ਼ਨ ਇਹ ਹੈ ਜੀ, ਜਿਹੜਾ 14 ਦਿਨ ਘਰੋਂ ਕੰਮ ਤੇ ਨਹੀਂ ਗਿਆ ਕੋਵਿਡ ਕਰਕੇ, ਤੇ ਪਹਿਲਾਂ ਕੰਮ ਕਰਦਾ ਸੀਗਾ, ਉਹਨੂੰ $2,000 ਪਰ ਮੰਥ ਦੇਣਾ ਜੀ, ਰਿਗਾਰਡਲੈਸ, ਕੋਈ ਨੋ ਕੁਐਸਚਨਸ ਆਸਕ, ਨਨ ਵਾਟਸੋਐਵਰ। ਇਹ ਆਮ ਇੰਡੀਵਿਜੂਅਲ। ਸਾਡੇ ਜਿਹੜੇ ਬਿਜ਼ਨੈਸਿਸ ਹੈਗੇ ਨੇ, ਕੱਲ ਹੀ ਨਵੀਂ ਅਨਾਉਂਸਮੈਂਟ ਹੋਈ ਹੈ ਜੀ, ਜਿਹੜਾ ਸਮਾਲ ਬਿਜ਼ਨਸ ਹੈ ਉਹਦੇ ਵਿੱਚੋਂ ਜਿਹੜੇ ਉਹਦੇ ਰੈਂਟ ਹੈਗਾ, ਕਿਉਂਕਿ ਰੈਂਟ ਬਹੁਤ ਹੈਗਾ, ਰੈਂਟ ਨੂੰ ਕਵਰ ਕਰਨ ਵਾਸਤੇ ਸਰਕਾਰ ਨੇ ਕੱਲ 3 ਮਹੀਨਿਆਂ ਦਾ ਵਾਅਦਾ ਕੀਤਾ ਕਿ ਸਰਕਾਰ 75% ਆਫ ਦਾ ਰੈਂਟ ਕਵਰ ਕਰੇਗੀ, ਬਸ਼ਰਤੇ ਕਿ ਜਿਹੜਾ ਲੈਂਡਲੋਰਡ ਆ ਉਹ ਆਪਣੇ ਜਿਹੜੀ ਉਹਨੂੰ ਉੱਤੋਂ ਰੈਂਟ ਕੀਤਾ ਹੋਇਆ ਉਹਨੂੰ ਬਾਹਰ ਨਹੀਂ ਕੱਢੇਗਾ। ਉਹਨੂੰ ਇਹ ਕੰਡੀਸ਼ਨ ਤੇ ਸਾਈਨ ਕਰਨੇ ਪੈਣਗੇ, ਤਾਂ ਉਹਨੂੰ ਸਰਕਾਰ ਰੈਂਟ ਕਵਰ ਕਰੇਗੀ। ਤੇ ਉਸ ਤੋਂ ਬਿਨਾਂ ਜਿਹੜੇ ਵੱਡੇ ਬਿਜ਼ਨਸ, ਉਹਨਾਂ ਨੂੰ ਵੀ ਇਹ ਇਨਸੈਂਟਿਵ ਦਿੱਤਾ, ਵੱਡਾ ਜਾਂ ਛੋਟਾ ਕੋਈ ਬਿਜ਼ਨਸ ਆ ਜੀ, ਉਹਨਾਂ ਦੇ 75% ਆਫ ਦਾ ਵੇਜਸ
ਜਿਹੜੇ ਉਹ ਬਿਜ਼ਨੈਸਸ ਦਿੰਦੇ ਆ ਆਪਣੇ EMPLOYEES ਨੂੰ 75% ਆਫ ਦਾ ਵੇਜਸ ਉਹ ਸਰਕਾਰ ਕਵਰ ਕਰੇਗੀ। ਬਹੁਤ ਕੱਲ ਦੀ ਵੱਡੀ ਇੱਕ help ਨਵੀਂ ਹੈ। ਅਨਾਉਂਸਮੈਂਟ ਕੱਲ ਸਾਡੇ ਸੂਬੇ ਦੀ ਜਿਹੜੀ ਅੰਟਾਰੀਓ ਸੂਬਾ ਜੀ, ਕੱਲ ਇੱਥੋਂ ਦੇ ਪ੍ਰੀਮੀਅਰ ਨੇ ਨਵੀਂ ਅਨਾਉਂਸਮੈਂਟ ਦਿੱਤੀ ਹੈ ਕਿ ਜਿਹੜੇ ਫਸਟ ਲਾਈਨ ਵਰਕਰਸ ਨੇ, ਜਿਹੜੇ ਵੀ ਕੰਮ ਕਰ ਰਹੇ ਨੇ ਇਸ ਵੇਲੇ, ਉਹਨਾਂ ਨੂੰ ਹਰ ਇੱਕ ਨੂੰ ਉਹਨਾਂ ਦੇ ਵੇਜਸ ਦੇ ਵਿੱਚ ਔਨ ਟਾਪ ਆਫ ਵਾਟ ਇਜ਼ ਫੈਡਰਲ ਗਵਰਨਮੈਂਟ ਗਿਵਿੰਗ, ਔਨ ਟਾਪ ਆਫ ਦੈਟ $4 ਐਨ ਆਵਰ ਉਹਨਾਂ ਨੂੰ ਵੱਧ ਪੈਸੇ ਦਿੱਤੇ ਜਾਣਗੇ ਤੇ ਸਮ ਟਾਈਪ ਆਫ ਕੈਸ਼ ਇਨਸੈਂਟਿਵ, ਜਿਹੜੇ ਇਹ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਕੈਸ਼ ਇਨਸੈਂਟਿਵ ਦਿੱਤਾ ਜਾਵੇਗਾ ਕਿ ਕਿਸੇ ਨਾ ਕਿਸੇ ਹਿਸਾਬ ਅਗਲੇ ਫਰੰਟ ਲਾਈਨ ਵਰਕਰਸ ਨੇ, ਇਹਨਾਂ ਨੂੰ ਕਿਸੇ ਕਿਸਮ ਇੰਨੀ ਤਕਲੀਫ ਚੱਲ ਰਹੇ ਨੇ, ਘੱਟੋ ਘੱਟ ਇਹਨਾਂ ਨੂੰ ਫਾਈਨੈਂਸ਼ਲੀ ਤਾਂ ਕੁਝ ਮਦਦ ਕੀਤੀ ਜਾਵੇ, ਜਿਹੜੀ ਕਿ ਸਾਡੇ ਆਮ ਬੰਦੇ ਦੀ ਇਹ ਡਿਮਾਂਡ ਸੀ। ਚਾਹੇ ਮੈਂ ਘਰੇ ਬੈਠਾ ਮੈਨੂੰ $2000 ਮਿਲ ਵੀ ਰਿਹਾ, ਪਰ ਮੈਂ ਇਹ ਜ਼ਰੂਰ ਚਾਹੁੰਦਾ ਕਿ ਜਿਹੜਾ ਫਰੰਟ ਲਾਈਨ ਵਰਕਰ ਹੈ ਉਹਦੇ ਵਿੱਚ ਉਹਨਾਂ ਨੂੰ ਪੈਸੇ ਵੱਧ ਜ਼ਰੂਰ ਮਿਲਣੇ ਚਾਹੀਦੇ ਆ ਕਿ ਉਹ ਇੰਨਾ ਵੱਡਾ ਰਿਸਕ ਲੈ ਰਿਹਾ। ਪਰ ਉਸ ਕੈਟਾਗਰੀ 'ਚ ਮੈਂ ਪੜ੍ਹਨ ਲੱਗਿਆ ਸੀਗਾ ਜੀ, ਮੇਰੇ ਟਰੱਕ ਡਰਾਈਵਰਸ ਕਿਤੇ ਨਹੀਂ ਆਏ ਹੈ। ਮੈਨੂੰ ਇਸ ਗੱਲ ਦਾ ਜ਼ਰੂਰ ਇਤਰਾਜ਼। ਹਾਂ, ਅਸੀਂ ਹੁਣ ਕੱਲ ਨੂੰ ਇਸ ਗੱਲ ਨੂੰ ਇਹਦੇ ਬਾਰੇ ਡਿਸਕਸ਼ਨ ਜ਼ਰੂਰ ਕਰਾਂਗੇ। ਅਸੀਂ ਪਹੁੰਚਾਵਾਂਗੇ ਵੀ ਜਿਹੜੇ ਸਾਡੇ ਨੁਮਾਇੰਦੇ ਆ ਵੀ ਇਹ ਟਰੱਕ ਡਰਾਈਵਰਸ ਵਿਚਾਰੇ ਇੰਨਾ ਕੰਮ ਕਰ ਰਹੇ ਨੇ, ਕੈਬ ਡਰਾਈਵਰਸ ਇੰਨਾ ਰਿਸਕ ਲੈ ਕੇ ਕੰਮ ਕਰ ਰਹੇ ਨੇ, ਇਹਨਾਂ ਵਾਸਤੇ ਕੁਝ ਕਿਉਂ ਨਹੀਂ ਹੈ? ਇਹਨਾਂ ਬਾਰੇ ਅਸੀਂ ਕੱਲ ਨੂੰ ਗੱਲ ਕਰਾਂਗੇ। ਇਹ ਸਾਡੇ ਹੁਣ ਤੱਕ ਦੇ ਸਰਕਾਰ ਨੇ ਇਨਸੈਂਟਿਵਸ ਦਿੱਤੇ ਨੇ ਜੀ। ਇੱਕ ਕੈਨੇਡਾ ਦੇ ਵਿੱਚ ਸ਼ਰਾਬ ਦੀ ਬੜੀ ਵਿਕਰੀ ਆ ਜਿਹੜੀ ਉਹ ਬੜੀ ਉੱਪਰ ਗਈ ਆ, ਉਹਦਾ ਕੀ ਰੀਜ਼ਨ ਹੈ? ਮੈਂ ਪਰਸਨ ਜੀ ਸ਼ੋਅ ਕਰ ਰਿਹਾ ਸੀਗਾ ਆਪਦਾ, ਉਹਦੇ 'ਚ ਵੀ ਇਹ ਸਵਾਲ ਉੱਠਿਆ ਸੀਗਾ। ਸ਼ਰਾਬ ਦੀ ਵਿਕਰੀ ਅੱਗੇ ਨਾਲੋਂ ਵੱਧ ਹੋਈ ਹੈ। ਜਿਹੜੀ ਸਾਡਾ ਅੰਟਾਰੀਓ ਸੂਬਾ ਜੀ, ਇੱਥੇ ਸਾਡੀ ਜਿਹੜੀ ਸਰਕਾਰ ਆ ਉਹਨੇ ਜਿਹੜੇ ਜ਼ਰੂਰੀ ਚੀਜ਼ਾਂ ਨੇ ਉਹਦੇ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖੇ ਆ ਗਰੋਸਰੀ ਦੇ ਨਾਲ ਨਾਲ। ਵੈਸੇ ਸਾਡੇ, ਮੈਂ ਇੰਨਾ ਕੁ ਦੱਸਦਾ, ਸਾਡੇ ਬਹੁਤ ਘੱਟ ਗਰੋਸਰੀ ਸਟੋਰ ਨੇ ਜਿੱਥੇ ਸ਼ਰਾਬ ਮਿਲਦੀ ਹੈ, ਕੱਲੀ ਵਾਈਨ ਜਾਂ ਬੀਅਰ ਮਿਲਦੀ ਹੈ, ਉਹ ਵੀ ਘੱਟ ਸਟੋਰਾਂ ਤੇ। ਅਦਰਵਾਈਜ਼ ਸਾਡੇ ਠੇਕੇ ਵੱਖਰੇ ਨੇ, ਤੁਹਾਡੇ ਨਾਲ ਥੋੜਾ ਜਿਹਾ ਵੱਖਰਾ ਹੈਗਾ। ਸ਼ਰਾਬ ਦੀ ਵਿਕਰੀ ਅੱਗੇ ਨਾਲੋਂ ਵਧੀ ਹੈ ਜੀ। ਡਿਪਰੈਸ਼ਨ ਲੋਕਾਂ 'ਚ ਵਧਿਆ, ਇਸ ਕਰਕੇ ਸ਼ਰਾਬ ਜ਼ਿਆਦਾ ਵਿਕ ਰਹੀ ਆ, ਔਰ ਇਹਦੇ ਕਰਕੇ ਜਿਹੜੀ ਘਰੇਲੂ ਵਾਇਲੈਂਸ ਹੈਗੀ ਆ ਉਹ ਵੱਧ ਗਈ ਆ। ਲੋਕੀ ਘਰ ਰਹਿਣ ਲੱਗੇ, ਚਾਹੇ ਕੁਝ ਵੀ ਹੈ, ਹਸਬੈਂਡ ਵਾਈਫ, ਬॉयਫ੍ਰੈਂਡ ਗਰਲਫ੍ਰੈਂਡ ਇਕੱਠੇ ਰਹਿੰਦੇ ਆ। ਇੰਨਾ ਕਦੇ ਇਕੱਠੇ ਨਹੀਂ ਰਹੇ ਇੱਕ ਛੱਤ ਹੇਠਾਂ ਜਿਹੜੇ ਹਾਲਾਤ ਅੱਜ ਕੱਲ ਹੋਏ ਨੇ। ਠੀਕ ਆ, ਅਗਲੇ ਸਾਰੇ ਜਾਣੇ ਕੰਮਾਂ ਤੇ ਜਾਂਦੇ ਆ, ਹੁਣ ਤਾਂ ਸ਼ਿਕਾਇਤ ਵੀ ਦੂਰ ਹੋ ਗਈ ਵੀ ਤੂੰ ਮੈਨੂੰ ਟਾਈਮ ਨਹੀਂ ਦਿੰਦਾ, ਤੂੰ ਮੈਨੂੰ ਟਾਈਮ ਨਹੀਂ ਦਿੰਦਾ। ਇਹ ਤਾਂ ਹੁਣ ਜੋਕਸ ਵੀ ਬਹੁਤ ਆਏ ਨੇ ਹੁਣ। 4 ਪੁਆਇੰਟ ਉਹ ਸ਼ਿਕਾਇਤ ਤਾਂ ਜੀ ਹੁਣ ਅਗਲੇ ਵੀ ਸਮਾਂ ਤੁਹਾਡੇ ਨੇ ਰੇਂਜ ਚੱਕ ਦਿੱਤੇ ਹੋਏ ਅਗਲਾ ਕਈ ਸਾਲਾਂ ਦੇ। ਉਹ ਕਿਉਂ ਹੈ ਕਿ ਉਹਦੇ ਕਰਕੇ ਫਿਰ ਖਟਪਟੀ ਜ਼ਿਆਦਾ ਹੈ। ਅਸੀਂ ਇੰਨਾ ਇਕੱਠੇ ਸਾਰਾ ਪਰਿਵਾਰ ਇਕੱਠੇ ਰਹਿਣਾ ਗਿੱਝੇ ਹੀ ਨਹੀਂ ਹੋਏ ਸ਼ੇਰਪੁਰੀ ਸਾਹਿਬ। ਇਹ ਨਵੀਂ ਸਚਾਈ ਹੈ ਇਸ ਵੇਲੇ ਦੀ ਸਾਡੀ ਸਮੇਂ ਦੀ, ਜਿਹਦੇ ਵਿੱਚ ਸਾਨੂੰ ਇਹ ਵੀ ਸਿੱਖਣਾ ਪੈਣਾ ਕਿ ਅਸੀਂ ਸਾਰਾ ਪਰਿਵਾਰ ਇਕੱਠੇ ਹੋ ਕੇ ਕਿਵੇਂ ਬੈਠ ਸਕਦੇ ਹਾਂ, ਕਿਵੇਂ ਸਾਰੀਆਂ ਗੱਲਾਂ ਡਿਸਕਸ ਕਰ ਸਕਦੇ ਹਾਂ। ਹਾਂਜੀ, ਸਾਡੇ ਜੇ ਇੱਕ ਤੁਹਾਨੂੰ ਮੈਂ, ਤੁਸੀਂ ਕਹੋਗੇ ਬੋਲਦਾ ਬਹੁਤ ਜ਼ਿਆਦਾ, ਸਾਡੇ ਪ੍ਰੀਮੀਅਰ ਨੇ ਜੀ ਬਾਬਰੇ ਸਾਹਿਬ ਸੀਗੇ, ਹੁਣ ਤੋਂ 25-30 ਸਾਲ ਪਹਿਲਾਂ। ਉਹਨਾਂ ਨੇ ਇੱਕ ਨਵਾਂ ਕਾਨੂੰਨ ਲੈ ਕੇ ਆਂਦਾ ਸੀ ਕਿ ਸੰਡੇ ਸ਼ਾਪਿੰਗ ਸ਼ੁਰੂ ਕਰ ਦਿੱਤੀ ਸੀਗੀ। ਓਕੇ, ਸਾਡੇ ਹੁਣ ਦਿਨ ਇੱਕ ਵੀ ਖਾਲੀ ਨਹੀਂ ਹੈ, 7 ਦੇ 7 ਦਿਨ ਸਾਡੇ ਸਟੋਰਸ ਖੁੱਲੇ ਆ। ਪਰ ਜੇ ਕਿਤੇ ਸੰਡੇ ਸ਼ਾਪਿੰਗ ਹੋਈ ਬੰਦ ਕਰ ਦਿੱਤੀ ਜਾਵੇ ਤੇ ਘੱਟੋ ਘੱਟ ਸਾਰਾ ਪਰਿਵਾਰ ਇੱਕ ਦਿਨ ਤਾਂ ਇਕੱਠਾ ਬਹਿੰਦਾ ਨਾ। ਜੇ ਇਹੀ ਜੀ ਗੱਲ ਪਹਿਲਾਂ ਹੋਈ ਹੁੰਦੀ ਤਾਂ ਸਾਨੂੰ ਔਖਾ ਨਹੀਂ ਸੀ ਹੋਣਾ ਹੁਣ ਅੱਗੇ ਇਕੱਠੇ ਰਹਿਣਾ, ਜੇ ਅਸੀਂ ਗਿੱਝੇ ਹੁੰਦੇ ਵੀ ਇੱਕ ਦਿਨ ਕਿਵੇਂ ਰਹਿੰਦੇ ਆ। ਸੋ ਉਸ ਕਰਕੇ ਸਾਡੀ ਡੋਮੈਸਟਿਕ ਵਾਇਲੈਂਸ ਹੈ ਉਹ ਬੜੀ ਵਧੀ ਹੋਈ ਹੈ। ਸ਼ਰਾਬ ਦੀ ਵਿਕਰੀ ਜ਼ਰੂਰ ਜੀ ਵਧੀ ਹੋਈ ਹੈ ਜੀ ਸਾਡੇ ਜੀ। ਅੱਛਾ, ਇੱਕ ਚੀਜ਼ ਹੋਰ ਦੱਸੋ, ਕੈਨੇਡਾ ਜਿਹੜਾ USA ਬਾਰਡਰ ਹੈ ਉਹ ਤਕਰੀਬਨ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਸੀਗਾ ਵੀ ਉਹ 30 ਦਿਨ ਲਈ ਹੋਰ ਵਧਾਇਆ ਗਿਆ, ਰਾਈਟ? ਹਾਂਜੀ। ਇਸ ਉਹਦੇ ਵਿੱਚ ਕੋਈ, ਵੈਸੇ ਕਿਉਂਕਿ ਇੱਧਰਲੇ ਪਾਸੋਂ ਵੀ ਹਲੇ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ, ਕੋਈ ਹਲੇ ਉਹਦੇ ਵਿੱਚ ਪਬਲਿਕ ਲਈ ਖੋਲ੍ਹਣ ਦੀ ਕੋਈ ਗੱਲ ਨਹੀਂ ਕਹੀ ਗਈ। ਓਕੇ, ਸ਼ਾਇਦ ਤੁਹਾਡੇ ਵੱਲ ਉਹ ਬਿਆਨ ਬਹੁਤਾ ਨਹੀਂ ਪਲੇ ਹੋਇਆ, ਸਾਡੇ ਵੱਲ ਪਲੇ ਹੋਇਆ ਜੀ। ਜੀ, ਇੱਕ ਬਿਆਨ ਆਇਆ ਸੀ ਬਾਰਡਰ ਖੋਲ੍ਹਣ ਵਾਸਤੇ ਟਰੰਪ ਸਾਹਿਬ ਦਾ ਹੀ। ਟਰੰਪ ਸਾਹਿਬ ਨੇ ਬਿਆਨ ਇਹ ਦਿੱਤਾ ਸੀਗਾ ਵੀ ਸਾਡੇ ਨਾਲ ਕੈਨੇਡਾ ਹੈਗਾ, ਅਸੀਂ ਕੈਨੇਡਾ ਨੂੰ ਖੋਲ੍ਹ ਦੇਣਾ। ਉਹਨਾਂ ਨੂੰ ਫਿਰ ਸਾਡੀ ਸਰਕਾਰ ਦਾ ਜਵਾਬ ਇਹ ਗਿਆ ਸੀਗਾ ਵੀ ਭਾਈ ਸਾਹਿਬ ਬਾਰਡਰ ਸਾਂਝਾ ਹੈ, ਤੁਸੀਂ ਇਕੱਲੇ ਨਹੀਂ ਖੋਲ੍ਹ ਸਕਦੇ, ਅਸੀਂ ਵੀ ਖੋਲ੍ਹਣ ਵਾਲੇ ਹੈਗੇ ਆ, ਸਾਡੀ ਮਰਜ਼ੀ ਹੋਊਗੀ, ਅਸੀਂ ਖੋਲਾਂਗੇ। ਸੋ ਬੜਾ ਬਲੰਟ ਮੈਸੇਜ ਸਾਡੀ ਸਰਕਾਰ ਵੱਲੋਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਗਿਆ ਸੀਗਾ ਕਿ ਨਹੀਂ ਜੀ, ਤੁਸੀਂ ਆਪਦਾ ਖੋਲ੍ਹਣਾ ਚਾਹੁੰਦੇ ਹੋ, ਦੈਟਸ ਅ ਡਿਫਰੈਂਟ ਸਟੋਰੀ, ਪਰ ਅਸੀਂ ਸਾਡਾ ਕੰਟਰੀ ਵੱਖਰਾ, ਅਸੀਂ ਆਜ਼ਾਦ ਮੁਲਕ ਹਾਂ, ਅਸੀਂ ਆਪਦੀ ਮਰਜ਼ੀ ਨਾਲ ਬਾਰਡਰ ਖੋਲਾਂਗੇ।
ਇਹ ਤੁਹਾਡੀ ਐਡਮਿਨਿਸਟ੍ਰੇਸ਼ਨ ਨੂੰ ਸੁਨੇਹਾ ਗਿਆ ਸੀ ਜਿਹੜਾ ਕਿ ਤੁਹਾਡੇ ਨਹੀਂ ਬਹੁਤ ਘੱਟ ਪਲੇ ਹੋਇਆ ਜੀ। ਹਲੇ 30 ਦਿਨਾਂ ਵਾਸਤੇ ਬੰਦ ਹੈ ਜੀ। ਔਰ ਮੈਨੂੰ ਨਹੀਂ ਖਿਆਲ ਹੈ ਕਿ ਹਜੇ 30, ਹਾਲਾਂਕਿ ਜਿਹੜਾ ਸਾਡਾ ਬਹੁਤਾ ਬਿਜ਼ਨਸ ਹੈਗਾ ਉਹ US ਦੇ ਨਾਲ ਆ। US ਸਾਡਾ ਸਭ ਤੋਂ ਵੱਡਾ ਪਾਰਟਨਰ ਹੈ ਜੀ ਬਿਜ਼ਨਸ ਦੇ ਵਿੱਚ, ਟ੍ਰੇਡ ਦੇ ਵਿੱਚ। ਸੋ ਪਰ ਜਿਹੜੇ 30 ਦਿਨਾਂ ਵਾਸਤੇ ਬੰਦ ਆ ਜੀ, ਇਹ ਵੀ ਨਹੀਂ ਪਤਾ ਉਸ ਤੋਂ ਬਾਅਦ ਵੀ ਜਿਹੜਾ ਖੁੱਲੇਗਾ ਤਾਂ ਬਹੁਤ ਔਖਾ। ਰੀਜ਼ਨ ਬੀਇੰਗ ਇਜ਼ ਅਸੀਂ ਲੱਗਦੇ ਆ ਨਿਊਯਾਰਕ ਦੇ ਨਾਲ, ਜਿਹੜਾ ਅੰਟੈਰੀਓ ਰਾਈਟ। ਸਾਡਾ ਪ੍ਰੀਮੀਅਰ ਇੱਥੋਂ ਦਾ, ਉਹਨਾਂ ਦਾ ਪਹਿਲੇ ਦਿਨ ਹੀ ਬਿਆਨ ਆ ਗਿਆ ਸੀਗਾ ਵੀ ਮੈਂ ਇਹ ਖੋਲ੍ਹਣ ਨਹੀਂ ਦੇਣਾ। ਰੀਜ਼ਨ ਬੀਇੰਗ ਇਜ਼ ਨਿਊਯਾਰਕ ਦੇ ਵਿੱਚ ਸਭ ਤੋਂ ਵੱਧ ਕੇਸਿਸ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ। ਨਿਊਯਾਰਕ ਦੇ ਸਟੇਟ ਦੇ ਵਿੱਚ ਬਹੁਤੇ ਕੰਟਰੀਜ਼ ਨਾਲੋਂ ਕੇਸਿਸ ਜ਼ਿਆਦਾ, ਤੇ ਅਸੀਂ ਨਹੀਂ ਚਾਹੁੰਦੇ ਕਿ ਜਦੋਂ ਸਾਡਾ ਵਪਾਰ ਸ਼ੁਰੂ ਹੋਵੇ ਉਧਰੋਂ ਲੋਕ ਸਾਡੇ ਵਿੱਚ ਆਉਣ ਤੇ ਉਹ ਬਿਮਾਰੀ ਫੇਰ ਹੋਰ ਵਧੇ। ਇਸ ਕਰਕੇ ਜਿਹੜਾ 30 ਦਿਨ ਹੈ, ਮੈਨੂੰ ਨਹੀਂ ਲੱਗਦਾ ਕਿ 30 ਦਿਨ ਹੀ ਹੋਣਗੇ, ਇਸ ਤੋਂ ਅੱਗੇ ਵੀ ਇਹਦੀ ਐਕਸਟੈਂਸ਼ਨ ਜ਼ਰੂਰ ਨਜ਼ਰ ਆਏਗੀ ਜੀ। ਅੱਛਾ, ਇੱਕ ਚੀਜ਼ ਹੋਰ ਬੜੀ ਜਿਹੜੀ ਚਰਚਾ ਦੇ ਵਿੱਚ ਹੈਗੀ ਆ, ਜਾਂ ਅਗਰ ਕਿਸੇ ਨੂੰ ਭਾਰਤ ਕਾਲ ਕਰੀਂਦੀ ਆ, ਕਿਉਂਕਿ ਅੱਜ ਕੱਲ੍ਹ ਬਹੁਤਿਆਂ ਦੇ ਜਿਹੜੇ ਬੱਚੇ ਆ ਉਹ ਜਾਂ ਤਾਂ ਆਸਟ੍ਰੇਲੀਆ ਗਏ ਆ ਜਾਂ ਕੈਨੇਡਾ ਗਏ ਆ। ਕੈਨੇਡਾ ਮੈਂ ਸਮਝਦਾ ਨੰਬਰ 1 ਦੇ ਉੱਤੇ ਆ ਵੀ, ਔਰ ਬਹੁਤਿਆਂ ਦੇ ਸਵਾਲ ਵੀ ਹੈਗੇ ਆ। ਕੈਨੇਡਾ ਗਵਰਨਮੈਂਟ ਕੋਈ ਸਟੂਡੈਂਟਸ ਦੀ ਵੀ ਹੈਲਪ ਕਰ ਰਹੀ ਆ? ਕਰ ਰਹੀ ਹੈ ਜੀ, ਬਿਲਕੁਲ। ਜਿਹੜੀ ਮੈਂ ਤੁਹਾਨੂੰ ਪਹਿਲਾਂ ਕੰਡੀਸ਼ਨ ਦੱਸੀ ਸੀਗੀ, ਉਹ ਕੰਡੀਸ਼ਨ ਹੈ ਕਿ ਜਿਹਨੇ ਪਿਛਲੇ ਸਾਲ ਚ $5000 ਕਮਾਏ ਆ, ਹਾਂਜੀ, ਤੇ ਇਸ ਵੇਲੇ ਕੰਮ ਕਰ ਰਿਹਾ ਸੀਗਾ, ਤੇ 14 ਦਿਨ ਵਾਸਤੇ ਉਹਦੀ ਬ੍ਰੇਕ ਪੈ ਗਈ ਆ, ਉਹਨੂੰ 2000 ਮਿਲਣਾ। ਅੱਛਾ, ਸਟੂਡੈਂਟਸ ਵੀ ਇਨਵੋਲਵ ਨੇ? ਹਾਂਜੀ, ਜਿਹੜਾ ਵੀ। ਇਟ ਹੈਜ਼ ਨਥਿੰਗ ਟੂ ਡੂ ਵਿਦ ਇਮੀਗ੍ਰੇਸ਼ਨ ਸਿਸਟਮ ਵੀ ਉਹਦੇ ਕੋਲ ਗ੍ਰੀਨ ਕਾਰਡ ਹੈ, ਉਹ ਸਿਟੀਜ਼ਨ ਹੈ। ਹਾਂਜੀ, ਪਰ ਜਿਹੜੇ ਸਟੂਡੈਂਟਸ ਹੈ, ਉਹ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ, ਦੇ ਆਰ ਅਲਾਉਡ 20 ਆਵਰਸ ਓਨਲੀ। ਓਕੇ। ਉਹ 20 ਘੰਟੇ ਕੰਮ ਕਰ ਸਕਦੇ ਨੇ। ਹੁਣ ਗਵਰਨਮੈਂਟ ਨੇ ਇਹ ਪਰਸੋਂ ਜਾਂ ਚੌਥੇ ਦਾ ਐਲਾਨ ਆਇਆ ਜੀ ਕਿ ਉਹ 20 ਘੰਟੇ ਤੋਂ ਵੱਧ ਕੰਮ ਕਰ ਸਕਣਗੇ। ਓਕੇ। ਬਸ਼ਰਤੇ ਕਿ ਜਿਹੜੀ ਜ਼ਰੂਰੀ ਚੀਜ਼ਾਂ ਵਾਲੀਆਂ ਹੈਗੀਆਂ ਨੇ, ਜੇ ਉਹ ਹੈਲਥ ਵਿੱਚ ਕੰਮ ਕਰ ਰਹੇ ਨੇ, ਕਿਸੇ ਹੋਰ ਕਿਸਮ ਤੇ ਕੰਮ ਕਰ ਰਹੇ ਨੇ, ਉਸੇ ਟਾਈਪ ਦੇ ਜੌਬਸ ਦੇ ਵਿੱਚ ਹੋਈ 20 ਘੰਟੇ ਤੋਂ ਵੱਧ ਕਰ ਸਕਣਗੇ। ਨਾ ਕਿ ਜੇ ਕਿਸੇ ਹੋਰ ਥਾਂ ਤੇ ਕੰਮ ਕਰਦੇ ਸੀ ਤੇ ਉਹ ਐਸੈਂਸ਼ੀਅਲ ਸਰਵਿਸਿਜ਼ ਨਹੀਂ ਹੈਗੀਆਂ, ਉੱਥੇ ਉਹ ਵੀ ਕਰਨਗੇ। ਜੇ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਉਹ ਆ ਕੇ ਕੰਮ ਕਰਦੇ ਆ ਜਾਂ ਆਲਰੇਡੀ ਉਹਦੇ ਵਿੱਚ ਕੰਮ ਕਰ ਰਹੇ ਨੇ, ਉਹ 20 ਘੰਟੇ ਤੋਂ ਵੱਧ ਕਰਨਾ ਅਲਾਉਡ ਕਰ ਦਿੱਤਾ ਗਿਆ ਉਹਨਾਂ ਨੂੰ। ਅੱਛਾ, ਇੱਕ ਚੀਜ਼, ਕਿਉਂਕਿ ਮੈਂ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਜਾਣਨੀਆਂ ਚਾਹੁੰਦਾ ਵੀ ਸਟੂਡੈਂਟਸ ਵਾਸਤੇ ਖਾਸ ਕਰਕੇ। ਹਾਂਜੀ, ਸਪੋਜ਼ ਕਰੋ ਸਟੂਡੈਂਟ ਕੰਮ ਨਹੀਂ ਕਰ ਰਿਹਾ, ਲੇਕਿਨ ਉਹਨੇ ਪਹਿਲਾਂ ਟੈਕਸ ਫਾਈਲ ਕੀਤਾ ਹੋਇਆ, ਕਿਉਂਕਿ ਸਟੂਡੈਂਟ 20 ਘੰਟੇ ਕੰਮ ਕਰਦੇ ਆ, ਆਫਕੋਰਸ ਉਹਨੇ ਟੈਕਸ ਫਾਈਲ ਕੀਤਾ ਹੋਣਾ। ਜਿਨ੍ਹਾਂ ਨੇ ਟੈਕਸ ਫਾਈਲ ਕੀਤਾ ਹੋਇਆ, ਅੱਜ ਉਹ ਕੰਮ ਨਹੀਂ ਕਰ ਰਹੇ, ਉਹ ਕੋਵਿਡ-19 ਦੇ ਲੋਕਡਾਊਨ ਦੇ ਚੱਕਰ ਦੇ ਵਿੱਚ ਘਰ ਬੈਠੇ ਆ। ਉਹਨਾਂ ਨੂੰ ਹੁਣ ਤਾਂ ਆਫਕੋਰਸ ਵੀ ਸਾਨੂੰ ਕਈਆਂ ਨੂੰ ਤਾਂ ਹੁਣ 25-30 ਦਿਨ ਤੋਂ ਜ਼ਿਆਦਾ ਹੋ ਗਿਆ ਘਰ ਬੈਠਿਆਂ ਨੂੰ, ਉਹਨਾਂ ਨੂੰ ਵੀ 2000 ਮਿਲਣਾ? ਨਹੀਂ ਜੀ, ਜਿਹੜੇ ਸਟੂਡੈਂਟਸ ਫੋਰਨ ਸਟੂਡੈਂਟਸ ਆ ਉਹਨਾਂ ਨੂੰ ਨਹੀਂ ਮਿਲਣਾ ਜੀ। ਉਹਨਾਂ ਨੂੰ ਜਿਹੜੇ 20 ਘੰਟੇ ਤੋਂ ਵੱਧ ਅਲਾਉ ਕੀਤਾ ਉਹ ਮਿਲਣਾ। ਈਵਨ ਜਿਹੜੇ ਸਾਡੇ ਇੱਥੋਂ ਦੇ ਸਟੂਡੈਂਟਸ ਹੈਗੇ ਆ, ਉਹਨਾਂ ਨੂੰ ਵੀ 2000 ਨਹੀਂ ਮਿਲਣਾ, ਕਿਉਂਕਿ ਉਹ ਪਹਿਲਾਂ ਕੰਮ ਨਹੀਂ ਸੀ ਕਰ ਰਹੇ। ਹੁਣ ਛੁੱਟੀਆਂ ਹੋਈਆਂ ਨੇ, ਯੂਨੀਵਰਸਿਟੀ ਦੀ ਤਿਆਰੀ ਕਰਨੀ ਹੈ, ਲੋਕੀ ਆਪਦੀ ਫੀਸਾਂ ਵਗੈਰਾ ਇਕੱਠੀਆਂ ਕਰਨੀਆਂ ਹੁੰਦੀਆਂ ਨੇ। ਸਾਡੇ ਨਵਾਂ ਐਲਾਨ ਆਇਆ, ਸਾਡੀ ਟਰੂਡੋ ਗਵਰਨਮੈਂਟ ਨੇ ਕੀਤਾ ਕਿ ਜਿਹੜਾ ਸਟੂਡੈਂਟ ਯੂਨੀਵਰਸਿਟੀ ਸਟੂਡੈਂਟ ਹੈ, ਉਹਨੂੰ $1250 ਅਗਲੇ 4 ਮਹੀਨਿਆਂ ਦੇ ਵਿੱਚ ਦਿੱਤਾ ਜਾਏਗਾ ਈਚ ਸਟੂਡੈਂਟ ਨੂੰ। ਜੇ ਉਹ ਸਟੂਡੈਂਟ ਕਿਸੇ ਦੀ ਟੇਕ ਕੇਅਰ ਕਰ ਰਿਹਾ, ਮੰਨ ਲਓ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੋਈ ਸੀਨੀਅਰ ਉਹਦੇ ਨਾਲ ਰਹਿ ਰਿਹਾ, ਤਾਂ ਉਹਨਾਂ ਨੂੰ $1750 ਦਿੱਤਾ ਜਾਏਗਾ। ਸਾਡੇ ਤਾਂ ਜੀ ਤੁਹਾਨੂੰ ਐਕਚੁਅਲੀ ਦੱਸਦਾ, ਇਹ ਜ਼ਰੂਰੀ ਨਹੀਂ ਹੈ ਕਿ ਮੈਂ ਟਰੂਡੋ ਸਪੋਰਟਰ ਹੋਵਾਂ, ਪਰ ਸਾਡੀ ਗਵਰਨਮੈਂਟ ਨੇ ਬਹੁਤ ਖੁੱਲ੍ਹਦਿਲੀ ਦੇ ਨਾਲ ਪੈਸਾ ਵੰਡਿਆ। ਸਾਡੇ ਇਉਂ ਨਹੀਂ ਹੈ ਵੀ, ਇਉਂ ਲੱਗਦਾ ਕਿ ਜਿੱਦਣ ਐਲਾਨ ਹੁੰਦਾ ਵੀ ਹੁਣ ਕੋਈ ਰਹਿ ਨਹੀਂ ਗਿਆ ਹੋਣਾ, ਪਰ ਉਸ ਤੋਂ ਬਾਅਦ ਇੱਕ ਐਲਾਨ ਹੋ ਰਿਹਾ ਜਾਂਦਾ ਅਗਲੇ ਦਿਨ ਵੀ ਆਹ ਏਰੀਆ ਰਹਿ ਗਿਆ ਸੀ, ਇਹਦੇ ਵਿੱਚ ਵੀ ਪੈਸੇ ਦਿੱਤੇ ਗਏ ਨੇ। ਸਾਡੀ ਗਵਰਨਮੈਂਟ ਨੇ ਬਹੁਤ ਹੈਲਪ ਕਰ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਜਿਹੜੇ ਲੋਕੀ ਕੁਝ % ਹੁੰਦੇ ਨੇ ਜਿਹੜੇ ਕਿ ਹੇਰਾ ਫੇਰੀ ਨਾਲ ਪੈਸੇ ਲੈਂਦੇ ਨੇ, ਜਿਹਨੂੰ ਕਿ ਉਹ ਕੰਡੀਸ਼ਨਾਂ ਪੂਰੀਆਂ ਨਹੀਂ ਹੁੰਦੀਆਂ, ਤੇ ਉਹ ਵੀ 2000 ਜੇ ਲੈ ਰਹੇ ਆ, ਤਾਂ ਅਖੀਰ ਉਹਨਾਂ ਨੂੰ ਮੋੜਨਾ ਪਵੇਗਾ ਉਹ ਵਿਦ ਪੈਨਲਟੀ। ਐਂਡ ਇਟਸ ਸਾਡੇ ਜੀ, ਇਟਸ ਅ ਕ੍ਰਿਮੀਨਲ ਆਫੈਂਸ। ਇਹ ਆਲਰੇਡੀ ਸਰਕਾਰ ਕਹਿ ਰਹੀ ਹੈ ਵੀ ਇਟਸ ਅ ਕ੍ਰਿਮੀਨਲ ਆਫੈਂਸ। ਜੇ ਤੁਸੀਂ ਗਲਤ ਇਨਫੋਰਮੇਸ਼ਨ ਦੇ ਨਾਲ ਪੈਸੇ ਲੈ ਰਹੇ ਹੋ ਤਾਂ ਇਟਸ ਗੋਇੰ ਟੂ ਬੀ ਲਾਈਕ ਦੈਟ। ਰਾਈਟ। ਨਾਥ ਸਾਹਿਬ, ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਇੰਨਾ ਬੜਾ ਟਾਈਮ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਵਾਰ ਜਦੋਂ ਵੀ ਆਪਾਂ ਗੱਲ ਕਰਾਂਗੇ ਤਾਂ ਆਪਾਂ ਇਕਨੋਮਿਕ ਜਿਹੜੇ ਇਫੈਕਟਸ ਹੈਗੇ ਆ ਕੈਨੇਡਾ ਦੇ ਉੱਤੇ ਜਾਂ ਲੋਕਲ ਸਟੇਟਸ ਦੇ ਉੱਤੇ, ਲੋਕਲ ਬਿਜ਼ਨਸ ਦੇ ਉੱਤੇ, ਉਹ ਕੀ ਹੋਣਗੇ, ਜਿਹੜਾ ਫਾਈਨੈਂਸ਼ੀਅਲ ਇੰਪੈਕਟ ਹੈ, ਅਸੀਂ ਉਹਦੇ ਬਾਰੇ ਜ਼ਰੂਰ ਜਿਹੜੀ ਆ ਉਹ ਗੱਲਬਾਤ ਕਰਾਂਗੇ। ਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਵੀ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਇੰਨੀ ਜਿਹੜੀ ਜਾਣਕਾਰੀ ਆ ਉਹ ਸਾਂਝੀ ਕੀਤੀ ਹੈ। ਅਗੇਨ ਬਹੁਤ ਬਹੁਤ ਧੰਨਵਾਦ ਜੀ।
ਵਰਲਡ ਮੀਡੀਆ ਦੇ ਮੂਹਰੇ ਤੁਸੀਂ ਰੂਬਰੂ ਕੀਤਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।